कल घोर समुद्र में डूबत थे, कबू मिटै नहीं रे पछुतायो। तत् विचार यह है मथुरा, जग तारण को अवतार बनायो। जप्यो जिन अर्जन देव गुरु, फिर संकट जोन गर्भ न आयो। बेशुमार यथाह अगनत अतुल, ज्यों बुलाओ त्यों नानक दास बोले। धन गुरुदेव जुग जुग अटल गुरु ग्रंथ साहिब जी। गुरु पातशाह दे हजूर हाजरी सत्संगत जीओ। वडभागी हाँ दोपहर ਦੇ ਨਾ ਹਫਤਾਵਾਰੀ ਦੀਵਾਨਾਂ ਵਿੱਚ ਸ਼ਮੂਲੀਅਤ ਪਾ ਰਹੇ ਹਾਂ। ਗੁਰੂ ਮਹਾਰਾਜ ਦੇ ਹਜ਼ੂਰ ਗੁਰਬਾਣੀ ਕੀਰਤਨ ਆਪ ਸਰਵਣ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ, ਅਸੀਂ ਕੁਝ ਗੁਰੂ ਕੀ ਬਾਣੀ ਕੀ ਬਾਤ ਪਾਵਾਂਗੇ। ਮਾਫੀ ਮੰਗਾਂਗਾ, ਕੁਝ ਸੰਗਤ ਨੂੰ ਅਹਿਸਾਸ ਹੋਏਗਾ ਕਿ ਭਾਈ ਸਾਹਿਬ ਦਾ ਆਊਟਫਿਟ ਇਟਸ ਲਿਟਲ ਬਿਟ ਡਿਫਰੈਂਟ। ਆਈ ਐਮ ਸੋ ਸੌਰੀ ਫॉर दैट because I was in downtown Toronto and today I am in the dress of Toronto Police Chaplain. I serve there, people who are in uniform. Our department is wellness department of police officers, and I am there as a Sikh chaplain. ਤੇ ਬਾਬੇ ਦੀ ਸਾਰੀ ਵਡਿਆਈ ਉਹਨੇ ਬਖਸ਼ੀ ਉਸ ਰੂਪ ਦੇ ਵਿੱਚ ਆ, and somehow I'm coming directly from there to add to Gurdwara Sahib as my deliver my commitment. At the same time, we usually do these kind of services in our community to engage our young kids. Specifically, when we do some young kids camps where we teach them how to be away from actually substance or addiction and how to save themselves from cyber crime and all these things. So that's our actually main purpose, to serve our community. So in a way, ਤੁਸੀਂ ਉਸ ਰੂਪ ਵਿੱਚ ਅੱਜ ਮੈਨੂੰ ਇਸ ਤਰੀਕੇ ਨਾਲ ਨਜ਼ਰਿਆਮ ਕਰ ਰਹੇ ਹੋ। ਸੋ ਜੇ ਆਪ ਨੂੰ ਥੋੜਾ ਚੰਗਾ ਨਾ ਲੱਗੇ ਤਾਂ ਉਹਦੇ ਲਈ ਮੈਂ ਮਾਫੀ ਚਾਹਾਂਗਾ। ਸੋ ਵਟ ਆਈ ਹੂ ਐਮ ਆਈ ਜੋ ਉਸ ਰੂਪ ਦੇ ਵਿੱਚ ਹੈਗਾ। ਸੋ ਇੱਕ ਵਾਰੀ ਕੁਝ ਆਪ ਜੀ ਨਾਲ ਵਿਚਾਰ ਸਾਂਝੇ ਕਰ ਸਕਾਂ ਉਹਦੀ ਇਜਾਜ਼ਤ ਬਖਸ਼ਣੀ। ਸਭ ਪ੍ਰੇਮ ਆਵਾਜ਼ ਦੇ ਕੇ ਜ਼ਰੂਰ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਪ੍ਰਭ ਮੇਰਾ ਚੋਜੀ ਜੀਓ, ਇਹ ਬਚਨ ਗਾਇਨ ਹੋ ਰਿਹਾ ਸੀਗਾ। ਵਾਹਿਗੁਰੂ ਦੇ ਚੋਜ ਅਸੀਂ ਕਿਸ ਰੂਪ ਵਿੱਚ ਮਾਣੀਏ, ਕਿਸ ਰੂਪ ਵਿੱਚ ਦੇਖੀਏ, ਬਾਬਾ ਜੀ ਸਾਨੂੰ ਸਾਰਾ ਵਿਸਮਾਦ ਬਿਆਨ ਕਰਦੇ ਬਾਣੀ ਦੇ ਅੰਦਰ। ਬੀਤੇ ਹਫਤੇ ਦੀ ਵਿਚਾਰ ਤੋਂ ਬਾਅਦ ਕੁਝ ਮੇਰੇ ਤੱਕ ਫੀਡਬੈਕ ਵੀ ਆਈ ਸੀਗੀ, ਸਪੈਸੀਫਿਕਲੀ ਕਿ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਸਾਡੇ ਆਉਣ ਦਾ ਪਰਪਸ ਕੀ ਹੈ। ਸਾਡੇ ਯੰਗ ਬੱਚੇ ਸਾਨੂੰ ਪੁੱਛਦੇ ਨੇ ਵਾਈ ਵੀ ਸ਼ੁੱਡ ਗੋ ਟੂ ਗੁਰਦੁਆਰਾ ਸਾਹਿਬ, ਵਟ ਇਜ਼ ਦ ਮੇਨ ਰੀਜ਼ਨ ਟੂ ਕਮ ਇਨ ਦਾ ਗੁਰਦੁਆਰਾ ਸਾਹਿਬ। ਆਪਾਂ ਇਹਦੇ ਤੋਂ ਹੀ ਬਾਤ ਕਰਦੇ ਕਰਦੇ ਹਰੀ ਦੇ ਚੋਜਾਂ ਦੀ ਬਾਤ ਕਰਾਂਗੇ। ਬਾਣੀ ਮਹਾਰਾਜ ਦੇ ਵਿੱਚ ਮੈਂ ਬਹੁਤ ਸਿੰਪਲ ਤੇ ਲਿਟਰਲੀ ਤੌਰ ਤੇ ਤੁਹਾਡੇ ਨਾਲ ਜੇ ਬਾਤ ਕਰਾਂ, ਸਪੋਜ਼ ਮੈਂ ਹੀ ਗੁਰਦੁਆਰਾ ਸਾਹਿਬ ਘਰੋਂ ਤੁਰਦਾ ਹਾਂ, ਮੈਂ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਵਾਂ ਤੇ ਮੇਰਾ ਮਨ ਮੈਨੂੰ ਕਹਿੰਦਾ ਵੀ ਵਾਏ ਗੁਰਦੁਆਰਾ, what is so important in ਗੁਰਦੁਆਰਾ, why I should go to ਗੁਰਦੁਆਰਾ ਸਾਹਿਬ। ਮੇਰਾ ਮਨ ਮੈਨੂੰ ਪੁੱਛਦਾ। ਤੁਸੀਂ ਹੋਰ ਦੀ ਬਾਤ ਛੱਡੋ, ਆਪਣੇ ਮਨ ਨਾਲ ਹੀ ਬਾਤ ਕਰੀਏ, ਆਪਣੇ ਤੋਂ ਗੱਲ ਸ਼ੁਰੂ ਕਰੀਏ ਤੇ ਬਾਬਾ ਜੀ ਨੂੰ ਆ ਕੇ ਪੁੱਛੀਏ, ਬਾਬਾ ਜੀ ਮੇਰਾ ਮਨ ਮੈਨੂੰ ਇਹ ਪੁੱਛ ਰਿਹਾ ਸੀਗਾ ਕਿ ਮੈਨੂੰ ਗੁਰਦੁਆਰਾ ਸਾਹਿਬ ਕਿਉਂ ਆਉਣਾ ਚਾਹੀਦਾ, ਕੀ ਪਰਪਸ ਹੈ ਗੁਰਦੁਆਰਾ ਸਾਹਿਬ ਆਉਣ ਦਾ। ਤੇ ਬਾਬਾ ਜੀ ਬਾਣੀ 'ਚ ਜਵਾਬ ਦਿੰਦੇ। ਬਾਬਾ ਜੀ ਕਹਿੰਦੇ ਮਨ ਨੂੰ ਆ ਦੋ ਚੀਜ਼ਾਂ ਦੱਸੀ। ਪਹਿਲੀ ਤੇ ਗੱਲ ਇਹ ਹੈ ਕਿ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। हे ਮੇਰੇ ਮਨਾ, ਤੂੰ ਮੇਰਾ ਮਿੱਤਰ ਬਣ, ਮੇਰਾ ਦੁਸ਼ਮਣ ਨਹੀਂ। ਇਹ ਚੀਜ਼ ਇੱਕ ਅਹਿਸਾਸ ਹੋਰ ਰੱਖਣਾ। ਅਸੀਂ ਛੋਟੀ ਉਮਰੇ ਬੱਚਿਆਂ ਦੇ ਘਰਾਂ ਦੇ ਵਿੱਚ ਸਿਬਲਿੰਗ ਰਿਬੈਲਰੀ ਦੇਖਦੇ ਹਾਂ, ਆਪ ਵੀ ਦੇਖਦੇ ਹੋਵੋਗੇ। ਇੱਕ ਤੋਂ ਵੱਧ ਬੱਚੇ ਘਰ ਵਿੱਚ ਹੁੰਦੇ ਤੇ ਹੁੰਦਾ ਕਿ ਕਦੀ ਕਦੀ ਤੇ ਦੇ ਗੋ ਅਲੋਂਗ ਵੈਰੀ ਵੈਲ ਐਂਡ ਮੋਸਟ ਆਫ ਦ ਟਾਈਮ they hate each other, they say actually very bad words to each other. When we try to talk to them, they say मैं ਨੂੰ like नहीं करता, I wish I don't have sister, I wish I don't have brother. You might have heard those kind of words ਇਸ ਰੂਪ ਦੇ ਵਿੱਚ। ਕੁਝ ਹੁੰਦਾ ਕੀ ਹੈ
ਕਿ ਉੱਥੇ ਇੱਕੋ ਹਾਊਸ ਹੋਲਡ ਦੇ ਵਿੱਚ ਰਹਿੰਦਿਆਂ ਹੋਇਆਂ ਬੱਚੇ ਕਹਿਣਗੇ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਦੁਸ਼ਮਣ ਹੈ। ਆਪਾਂ ਘਰ ਦੀ ਗੱਲ ਕਰ ਰਹੇ ਹਾਂ, ਇੱਕ ਛੱਤ ਹੇਠ ਰਹਿੰਦਿਆਂ ਹੋਇਆਂ ਸੁਸਾਇਟੀ ਦਾ ਤੇ ਮੰਜ਼ਰ ਹੀ ਕੀ ਸਮਝੋਗੇ ਤੁਸੀਂ? ਸੁਸਾਇਟੀ ਦੀ ਤੇ ਹਾਲਤ ਹੀ ਕੀ ਸਮਝੋਗੇ ਤੁਸੀਂ? ਪਿਛਲੇ 2 ਹਫ਼ਤਿਆਂ ਦੇ ਵਿੱਚ ਮੇਰਾ ਪੂਰਾ ਇਨਬਾਕਸ ਫੁੱਲ ਹੋਇਆ ਪਿਆ ਈਮੇਲਸ ਦੇ ਨਾਲ, ਲੋਕਾਂ ਦੇ ਸਵਾਲਾਂ ਦੇ ਨਾਲ। ਲੋਕੀ ਇਹ ਪੁੱਛ ਰਹੇ ਨੇ, ਭਾਈ ਸਾਹਿਬ ਤੁਸੀਂ ਰਿਲੀਜੀਅਸ ਬੰਦੇ ਹੋ, ਦੱਸੋ ਮਿਡਲ ਈਸਟ 'ਚ ਕੀ ਹੋ ਰਿਹਾ, ਦੱਸੋ ਯੂਕਰੇਨ 'ਚ ਕੀ ਹੋ ਰਿਹਾ, ਦੱਸੋ ਸ਼ਰੀਫ ਉਹ ਬੱਚੇ ਕਿਉਂ ਮਾਰੇ ਜਾ ਰਹੇ ਨੇ ਵਿਚਾਰੇ, ਕੀ ਕਸੂਰ ਕੀਤਾ ਉਹਨਾਂ ਨੇ? ਬੀਇੰਗ ਅ ਰਿਲੀਜੀਅਸ ਪਰਸਨ, ਪੀਪਲ ਸਮਟਾਈਮ ਆਸਕ, ਅੱਛਾ ਤੁਸੀਂ ਕਹਿੰਦੇ ਹੋ ਰੱਬ ਨੂੰ ਮੰਨੋ, ਵੇਅਰ ਇਜ਼ ਰੱਬ? When these kind of injustice are happening on this earth, why we should recite Rabji's name? So people say Rabji is kind, Rabji is actually compassionate, but where is his compassion? We really want to see these kind of, they actually throw those kind of question toward us. ਇਸ ਰੂਪ ਵਿੱਚ ਸਵਾਲ ਪੁੱਛਦੇ। ਮੈਂ ਬੇਨਤੀ ਕਰਦਾ, ਅੱਛਾ ਜਦੋਂ ਲੋਕਾਂ ਨੂੰ ਪੁੱਛੀਦਾ, ਜਿਹੜੇ ਲੋਕ ਇਹ ਕਰਦੇ ਨੇ ਉਹ ਲਿਟਰਲੀ ਤੌਰ ਤੇ ਬਿਆਨ ਕਰਦੇ ਨੇ ਇਹ ਕਮਿਊਨਿਟੀ ਸਾਡੀ ਦੁਸ਼ਮਣ ਹੈ, ਇਹ ਮੁਲਕ ਸਾਡਾ ਦੁਸ਼ਮਣ ਹੈ, ਅੱਛਾ ਇਹ ਸਮਾਜ ਸਾਡਾ ਦੁਸ਼ਮਣ ਹੈ। ਸੌਰੀ ਫॉर दैट, ਧਰਮ ਇਹ ਕਹਿੰਦੇ ਇਹ ਧਰਮ ਸਾਡਾ ਦੁਸ਼ਮਣ ਹੈ, ਇਹ ਧਰਮ ਸਾਡਾ ਦੁਸ਼ਮਣ ਹੈ। ਆਪਾਂ ਬੈਠੇ ਹਾਂ ਬਾਣੀ ਦੇ ਆਗੋਸ਼ ਦੇ ਵਿੱਚ। ਬਾਣੀ ਪਤਾ ਕੀ ਕਹਿੰਦੀ? ਬਾਣੀ ਕਹਿੰਦੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਬਾਣੀ ਕਹਿੰਦੀ ਕਿ ਸਚਾਈ ਇਹ ਹੈ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸਾਰੀ ਸ੍ਰਿਸ਼ਟੀ ਸੱਜਣਾ ਦੀ ਹੈ, ਮਿੱਤਰਾਂ ਦੀ ਹੈ। ਇੱਕ ਇਤਨਾ ਚੀਜ਼ ਐਡ ਹੋਰ ਕਰਦਾ, ਮੇਰੇ ਨਾਲ ਰਿਹਾ ਅੱਜ 2 ਪਲ ਰਹੀ। ਮੈਂ ਬਾਤ ਸ਼ੁਰੂ ਕੀਤੀ ਸੀ, ਮਨ ਇਹ ਪੁੱਛਦਾ why I should go to ਗੁਰਦੁਆਰਾ ਸਾਹਿਬ। I was explaining in some examples ਕਿ ਜਦੋਂ ਮਨ ਇਹ ਗੱਲ ਪੁੱਛ ਰਿਹਾ ਹੈ, ਉਸ ਵਕਤ ਮਨ ਨੂੰ ਇਹ ਕਹਿਣਾ ਆ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਮਿਸਾਲੀ ਤੌਰ ਤੇ ਮੈਂ ਬਾਤ ਇਹ ਕਰ ਰਿਹਾ ਸੀ ਤੁਹਾਡੇ ਨਾਲ ਕਿ ਜਦੋਂ ਅਸੀਂ ਇੱਕ ਦੂਸਰੇ ਨਾਲ ਵਿਚਰਦੇ ਹਾਂ, ਇੱਕ ਦੂਜੇ ਨਾਲ ਡੀਲ ਕਰਦੇ ਹਾਂ, ਈਵਨ ਬਹੁਤ ਸਮਾਲ ਹਾਊਸ ਹੋਲਡ ਤੋਂ ਅਸੀਂ ਇੱਕ ਦੂਜੇ ਨੂੰ ਦੁਸ਼ਮਣ ਦੇ ਰੂਪ ਵਿੱਚ ਵੇਖਦੇ ਹਾਂ। ਸਾਡੀ ਰਿਬੈਲਰੀਜ਼ ਹੁੰਦੀਆਂ ਨੇ, ਅਸੀਂ ਜੈਲਸ ਕਰਦੇ ਹਾਂ, ਅਸੀਂ ਉਸੇ ਜੈਲਸ ਦੇ ਵਸ ਹੋ ਕੇ ਇਨ ਦਾ ਫੋਰਸ ਆਫ ਦੋਜ਼ ਕਾਈਂਡ ਆਫ ਜੈਲਸ ਇਮੋਸ਼ਨਸ what we do bad act toward each other। ਜਿੰਨਾ ਮੌਕਾ ਬਣਦਾ, ਕਿਸੇ ਨੂੰ ਹੱਥ ਚਲਾਉਣ ਦਾ ਮੌਕਾ ਬਣਦਾ ਹੱਥ ਚਲਾ ਦਿੰਦਾ, ਕਿਸੇ ਨੂੰ ਬੰਬ ਚਲਾਉਣ ਦਾ ਮੌਕਾ ਬਣਦਾ ਬੰਬ ਚਲਾ ਦਿੰਦਾ। You know, this is the society we are witnessing in this world। ਇੱਥੋਂ ਤੱਕ ਬਾਤ ਲੈ ਕੇ ਆਇਆ। ਹੁਣ ਮੈਂ ਤੁਹਾਡੇ ਸਾਹਮਣੇ ਮਿਸਾਲ ਦਿੰਦਾ। ਮੈਂ ਜਿਵੇਂ ਅੱਜ ਤੁਸੀਂ ਮੈਨੂੰ ਦੇਖ ਰਹੇ ਹੋ, ਇੱਕ ਮੇਰਾ ਰੋਲ ਹੈ ਸੋਸਾਇਟੀ ਦੇ ਵਿੱਚ, ਕੁਝ ਰੋਲ ਤੁਹਾਡੀ ਅਸੀਸ ਨਾਲ, ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਕੁਝ ਹੋਰ ਰੋਲ ਵੀ ਮਿਲੇ ਨੇ। ਮੈਂ CSC ਨਾਲ, ਕਰੈਕਸ਼ਨਲ ਸਰਵਿਸਿਜ਼, ਜੇਲ੍ਹਾਂ ਨਾਲ ਵੀ ਕੰਮ ਕਰਦਾ ਹਾਂ। ਉੱਥੇ ਵੀ ਜਿਹੜੇ ਲੋਕ ਕਿਸੇ ਮੈਂਟਲ ਹੈਲਥ ਇਸ਼ੂ ਨਾਲ ਡੀਲ ਕਰਦਿਆਂ ਕੋਈ ਵਾਇਲੈਂਟ ਕ੍ਰਾਈਮ ਕਰ ਬੈਠੇ, ਕੋਈ ਵੱਡਾ ਕ੍ਰਾਈਮ ਕਮਿਟ ਹੋ ਗਿਆ, ਉਹ ਚਲੇ ਗਏ, ਉੱਥੇ ਫਿਰ ਅਸੀਂ ਉਹਨਾਂ ਦੀ ਕਰੈਕਸ਼ਨ ਵਿੱਚ ਹੈਲਪ ਕਰਦੇ ਹਾਂ। ਰਿਸੋਰਸ ਆਫ ਜਸਟਿਸ ਦੇ ਅੰਦਰ ਅਸੀਂ ਕੁਝ ਪ੍ਰੋਗਰਾਮ ਰਨ ਕਰਦੇ ਹਾਂ ਤਾਂ ਕਿ, ਕਿਉਂਕਿ ਜੱਜ ਨੇ ਤੇ ਸਿਰਫ ਇੱਕ ਵਰਡਿਕਟ ਦਿੱਤਾ ਆ, ਫੈਸਲਾ, ਜਸਟਿਸ ਨਹੀਂ ਦਿੱਤਾ। ਅਦਾਲਤਾਂ ਕਦੀ ਨਿਆਂ ਨਹੀਂ ਦਿੰਦੀਆਂ, ਅਦਾਲਤਾਂ ਕਦੀ ਜਸਟਿਸ ਨਹੀਂ ਦਿੰਦੀਆਂ, ਅਦਾਲਤਾਂ ਫੈਸਲੇ ਦਿੰਦੀਆਂ ਨੇ। ਜਿਹੜਾ ਜਸਟਿਸ ਆ ਇਹ ਤੇ ਲੱਭਣਾ ਪੈਂਦਾ ਆ, ਆਪ ਲੱਭਣਾ ਪੈਂਦਾ, ਸਮਾਜਾਂ ਨੂੰ ਲੱਭਣਾ ਪੈਂਦਾ। ਇਸੇ ਕਰਕੇ ਟਰੂਥ ਐਂਡ ਰਿਕਨਸੀਲੀਏਸ਼ਨ ਦੀ ਇੱਥੇ ਗੱਲਾਂ ਹੁੰਦੀਆਂ ਨੇ ਇਸ ਧਰਤੀ ਦੇ ਉੱਤੇ। ਮਤਲਬ ਸੱਚਾਈ ਨਾਲ ਆਤਮਸਾਤ ਹੋਵੋ ਤਾਂ ਬਾਤ ਬਣੇਗੀ। ਟੂਕ ਮੱਤ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉੱਥੇ ਜਿਹੜਾ ਮੇਨ ਰੂਪ ਵਿੱਚ ਸੋਰਸ ਆ ਸਾਡਾ, ਉਹਨਾਂ ਯੰਗਸਟਰ ਨੂੰ ਖਾਸ ਕਰਕੇ ਜਿਹੜੇ ਉੱਥੇ ਹੈਗੇ ਨੇ, ਉਹਨਾਂ ਨੂੰ ਅੰਗੇਜ ਕਰਨ ਵਾਸਤੇ, ਉਹ ਹੈਗਾ ਧਰਮ, ਉਹ ਹੈਗਾ ਸਪਿਰਿਚੁਅਲਿਟੀ, ਉਹ ਹੈਗਾ ਰੂਹਾਨੀ ਕਦਰਾਂ ਕੀਮਤਾਂ। ਮੈਨੂੰ ਯਾਦ ਆ ਇੱਕ ਛੋਟਾ ਜਿਹਾ ਗਰੁੱਪ ਸੀਗਾ ਸਾਡਾ ਉੱਥੇ, ਤੇ ਬੱਚੇ ਮੋਸਟਲੀ ਕੈਨੇਡੀਅਨ ਬੌਰਨ ਬ੍ਰੌਟ ਅਪ ਸੀਗੇ, ਜਿਹੜੇ ਉਸ ਪ੍ਰਿਜ਼ਨ ਸੈਟਿੰਗ ਦੇ ਵਿੱਚ ਸੀਗੇ। ਤੇ ਮੇਰੇ ਕੋਲ ਮੰਥਲੀ ਟਵਾਈਸ, ਐਕਚੁਅਲੀ ਬਾਈ ਵੀਕਲੀ ਮੈਂ ਜਾਂਦਾ ਸੀਗਾ, 2 ਟਾਈਮ ਅ ਮੰਥ ਟੂ ਡਿਲੀਵਰ ਸਮ ਕਾਈਂਡ ਆਫ ਕਾਉਂਸਲਿੰਗ ਔਰ ਦੋਜ਼ ਕਾਈਂਡ ਆਫ ਸਰਵਿਸਿਜ਼। ਪਰ ਇਹ ਸੀਗਾ ਕਿ ਮੈਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਬਾਬੇ ਨੇ ਤਰਸ ਕੀਤਾ ਤੇ ਅੰਗੇਜ ਕਰ ਪਾਇਆ ਨਾਲ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਤੇ 2 ਹਫ਼ਤੇ ਬਾਅਦ ਆਉਣਾ ਵਾ, ਤੁਸੀਂ ਹਫ਼ਤੇ 'ਚ 2 ਵਾਰੀ ਇਕੱਠਿਆਂ ਹੋਣਾ ਆ ਇੱਥੇ। ਉਹ ਇੱਕ ਗਰੁੱਪ ਰਨ ਕਰਨਗੇ ਆਪਣੇ ਆਪ, ਉਹਨਾਂ ਵਿੱਚ ਕੁਝ 1-2 ਬੱਚਿਆਂ ਨੂੰ ਲੀਡਰਸ਼ਿਪ ਦਾ ਰੋਲ ਦੇ ਦਿੱਤਾ। ਹੁਣ ਉਹ ਕਰਨਗੇ ਕਿ ਇਕੱਠੇ ਹੋ ਕੇ ਡੈਫੀਨਿਟਲੀ ਕੁਝ ਉਹਨਾਂ ਨੂੰ ਹੋਮਵਰਕ ਦੇ ਕੇ ਆਉਣਾ, ਮੈਂ ਕੁਝ ਕਲਾਸ ਵਰਕ ਦੇ ਕੇ ਆਉਣਾ ਜਿਹੜਾ ਉਹਨਾਂ ਨੇ ਕਰਨਾ ਹੁੰਦਾ ਆ। ਉਹਦੇ ਵਿੱਚ ਇਹ ਵੀ ਸੀਗਾ, ਹੌਲੀ ਹੌਲੀ ਬੱਚੇ ਨੂੰ ਪ੍ਰੇਰਿਆ। ਇੱਕ ਬੱਚੇ ਨੇ ਆਨੰਦ ਸਾਹਿਬ ਪੁੰਗਲਿਸ਼
ਜਿਹੜਾ ਗੁਰਮੁਖੀ ਲੈਟਰਸ, ਗੁਰਮੁਖੀ ਅੱਖਰਾਂ 'ਚ ਨਹੀਂ, ਰੋਮਨ ਲੈਟਰਸ ਦੇ ਵਿੱਚ ਗੁਰਬਾਣੀ ਲਿਖ ਦਿੱਤੀ ਉਹਨੂੰ। ਇਸ ਰੂਪ ਵਿੱਚ ਉਹਨੇ ਆਨੰਦ ਸਾਹਿਬ ਦੀਆਂ 6 ਪੌੜੀਆਂ ਯਾਦ ਕਰ ਲਈਆਂ। ਇੱਕ ਹੋਰ ਬੱਚੇ ਨੂੰ ਜਿਹੜਾ ਆ ਪੁੰਗਲਿਸ਼ ਲੈਟਰ ਦੇ ਵਿੱਚ ਅਰਦਾਸ ਆਪਣੀ ਰੋਮਨ ਲੈਟਰਸ ਦੇ ਵਿੱਚ ਲਿਖ ਦਿੱਤੀ, ਉਹ ਵੀ ਉਹਨੇ ਯਾਦ ਕਰ ਲਈ। ਹੁਣ ਕੀ ਕਰਨਾ ਤੁਸੀਂ, ਜਦੋਂ ਤੁਸੀਂ ਉੱਥੇ ਇਕੱਠੇ ਹੋਣਾ ਆ, ਉੱਥੇ ਬੈਠ ਕੇ ਕੁਝ ਚੰਗੀਆਂ ਗੱਲਾਂ ਕਰਨੀਆਂ, ਕੁਝ ਸਾਡਾ ਪ੍ਰੋਗਰਾਮ ਦੇ ਅਕੋਰਡਿੰਗਲੀ ਉਹ ਚੀਜ਼ ਨੂੰ ਫੋਲੋ ਕਰਨਾ। ਜਦੋਂ ਸਾਰਾ ਕੁਝ ਹੋ ਜਾਣਾ, ਕਨਕਲੂਡ ਕਾਹਦੇ ਨਾਲ ਕਰਨਾ? 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਨਾ, ਫਿਰ ਅਰਦਾਸ ਕਰਨੀ। ਅੱਛਾ, ਸਮਹਾਓ ਉਹ ਗਰੁੱਪ ਰਨ ਹੁੰਦਾ ਰਿਹਾ। ਉੱਥੇ ਇੱਕ ਪੰਜਾਬੀ ਸ਼ਖਸ ਆ, ਪਰ ਉਹ ਨਾ ਤੇ ਸਿੱਖ ਆ ਤੇ ਨਾ ਸਾਡੇ ਪੰਜਾਬ ਤੋਂ, ਪਰਲੇ ਪੰਜਾਬ ਤੋਂ ਹੈ, ਜਿਹੜਾ ਪਾਕਿਸਤਾਨ ਵਾਲੀ ਸਾਈਡ ਤੇ ਰਹਿ ਗਿਆ। ਉਸ ਰੂਪ ਦੇ ਵਿੱਚ ਬਾਏ ਪ੍ਰੋਫੈਸ਼ਨ ਉਹ ਇੰਜੀਨੀਅਰ ਆ, ਤੇ ਪਰ ਸਮਹਾਓ ਜ਼ਿੰਦਗੀ ਕੋਈ ਕ੍ਰਾਈਮ ਕਮਿਟ ਹੋ ਗਿਆ, ਐਂਡ ਅਪ ਜੇਲ੍ਹ 'ਚ ਹੋਇਆ। ਉਹ ਵੀ ਉਸ ਗਰੁੱਪ ਵਿੱਚ ਆਉਣ ਲੱਗ ਗਿਆ ਸਾਡੇ, ਕਿਉਂਕਿ ਉਹਨੂੰ ਲੱਗਾ ਕਿ ਇੱਥੇ ਕੁਝ ਮੈਨੂੰ ਬਾਤ ਜ਼ਿਆਦਾ ਪਕੜ 'ਚ ਆਉਂਦੀ ਹੈ। ਮੇਰੇ ਨਾਲ ਹੌਲੀ ਹੌਲੀ ਬੜੀ ਸਾਂਝ ਬਣ ਗਈ ਉਹਦੀ। ਉਹਨੇ ਪੱਕਾ ਆਉਣਾ ਉਸ ਗਰੁੱਪ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ। ਇੱਕ ਦਿਨ ਕੀ ਹੋਇਆ ਕਿ ਉਹ ਸਾਡੇ ਯੰਗ ਬੱਚਿਆਂ ਨੂੰ ਪੁੱਛਦਾ ਕਿ ਤੁਹਾਡੀ ਜਿਹੜੀ ਅਰਦਾਸ ਆ, ਕਿਉਂਕਿ ਪੰਜਾਬੀ ਵਿੱਚ ਆ, ਮੈਨੂੰ ਸਾਰੀ ਸਮਝ ਆਉਂਦੀ ਹੈ, ਮੈਨੂੰ ਯਾਦ ਵੀ ਹੋ ਗਈ ਆਲਮੋਸਟ, ਉਹ ਨਾਲ ਅਰਦਾਸ ਕਰਦਾ ਸਾਰੀ, ਪਰ ਕਹਿੰਦਾ ਬਾਕੀ ਸਾਰਾ ਕੁਝ ਤੇ ਠੀਕ ਆ, ਤੁਸੀਂ ਅਰਦਾਸ ਵਿੱਚ ਸਭ ਕੁਝ ਮੰਗੀ ਜਾ ਰਹੇ ਹੋ ਵਾਹਿਗੁਰੂ ਕੋਲੋਂ, ਉਸ ਅੱਲਾਹ ਤਾਲਾ ਕੋਲੋਂ, ਉਸ ਮੌਲਾ ਦੀ ਜਾਤ ਕੋਲੋਂ ਤੁਸੀਂ ਇੱਥੋਂ ਮੰਗਣਾ ਸ਼ੁਰੂ ਕਰਦੇ ਹੋ ਵੀ ਹੇ ਵਾਹਿਗੁਰੂ ਜੀ, ਕਿਉਂਕਿ ਜਿਹੜੀਆਂ ਮੰਗਾਂ ਜਦੋਂ ਸ਼ੁਰੂ ਹੁੰਦੀਆਂ ਸਾਡੀਆਂ ਅਰਦਾਸ ਦੀਆਂ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਇੱਥੋਂ ਸਾਡੀ ਮੰਗ ਸ਼ੁਰੂ ਹੋ ਜਾਂਦੀ ਹੈ। ਬੀਇੰਗ ਏ ਮੈਂਬਰ ਆਫ ਖਾਲਸਾ ਕਮਿਊਨਿਟੀ, ਵੈਰੀ ਫਸਟ ਆਸਕ ਟੂਵਰਡ ਆਵਰ ਵਾਹਿਗੁਰੂ ਜੀ, ਜਿਹੜੀ ਬੜੀ ਪਹਿਲੀ ਚੀਜ਼ ਆ ਜਿਹੜੀ ਅਸੀਂ ਸੀਕ ਕਰ ਰਹੇ ਹਾਂ, ਲੱਭ ਰਹੇ ਹੈਗੇ ਆ, ਉਹ ਹੈਗਾ ਆ ਵਾਹਿਗੁਰੂ ਤਰਸ ਕਰੀ ਸਾਡੇ ਖਾਲਸਾ ਸਮਾਜ ਨੂੰ ਵਾਹਿਗੁਰੂ ਚੇਤੇ ਰਹੇ ਹਰ ਵਕਤ, ਉਹ ਨਾ ਭੁੱਲੇ। ਸਤਨਾਮ ਸ਼੍ਰੀ ਵਾਹਿਗੁਰੂ ਸਾਡੀ ਸੁਰਤ ਚੋਂ ਨਾ ਵਿਸਰੇ। ਕਿਆ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਤੇ ਉਹਦੇ ਸਦਕਾ ਹੋਏਗਾ ਕਿ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ। ਮਤਲਬ ਦੋਨੋਂ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਤੇ ਵਾਹਿਗੁਰੂ ਚੇਤੇ ਆ ਗਿਆ ਤੇ ਹੇ ਵਾਹਿਗੁਰੂ ਜੀ ਤੁਸੀਂ ਯਾਦ ਚ ਰਹੋਗੇ ਤੇ ਸਰਬ ਸੁਖ ਨਾਲ ਰਹਿਣਗੇ, ਕਿਉਂਕਿ ਸਭ ਸੁਖ ਦਾਤਾ ਰਾਮ ਹੈ, ਦੂਜਾ ਨਾ ਹੈ ਕੋਈ ਹੋਰ ਤੇ ਕੋਈ ਹੈ ਹੀ ਨਹੀਂ। ਉਹੀ ਉਸ ਰੂਪ ਦੇ ਵਿੱਚ ਕਹਿੰਦਾ ਮੈਨੂੰ ਬਿਲਕੁਲ ਸਮਝ ਆਉਂਦੀ, ਤੁਹਾਡੀਆਂ ਮੰਗਾਂ ਬੜੀਆਂ ਲੈਜੀਟੀਮੇਟ, ਬੜੀਆਂ ਠੀਕ, ਬੜੀਆਂ ਵਾਜਬ ਨੇ ਤੇ ਬੜੀਆਂ ਐਪਰੋਪ੍ਰੀਏਟ ਨੇ। ਇੱਥੋਂ ਮੰਗਾਂ ਸ਼ੁਰੂ ਹੋ ਜਾਂਦੀਆਂ। ਅੱਗੇ ਜਾ ਕੇ ਤੁਸੀਂ ਮੰਗਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਦ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਾਰਾ ਕੁਝ ਹੀ ਮੰਗ ਲਿਆ ਇਸ ਰੂਪ ਦੇ ਵਿੱਚ, ਇਸ ਤਰੀਕੇ ਨਾਲ। ਪਰ ਕਹਿੰਦਾ ਸਮਹਾਓ ਮੈਂ ਜਿੱਥੇ ਸਟਕ ਆ, ਇੱਕ ਗੈਰ ਸਿੱਖ ਬੰਦਾ ਸਾਡੇ ਸਿੱਖ ਪ੍ਰੈਕਟੀਸ਼ਨਰਸ ਨੂੰ ਜਿਹੜਾ ਗਰੁੱਪ ਉੱਥੇ ਮੈਂ ਪ੍ਰੈਜ਼ੈਂਟ ਰਨ ਕਰਦਾ, ਉਹਨਾਂ ਦੀ ਅਰਦਾਸ ਵਿੱਚ ਸ਼ਮੂਲੀਅਤ ਪਾਉਂਦਾ, ਗਰੁੱਪ 'ਚ ਪਾਰਟਿਸਿਪੇਟ ਕਰਦਾ ਤੇ ਪੁੱਛਦਾ, ਕਹਿੰਦਾ ਬਾਕੀ ਸਾਰੀਆਂ ਹੀ ਮੰਗਾਂ ਮੰਗ ਲੀਆਂ ਤੁਸੀਂ ਉਸ ਅੱਲਾਹ ਤੋਂ, ਮੌਲਾ ਦੀ ਜਾਤ ਤੋਂ, ਪਰ ਇੱਕ ਚੀਜ਼ ਤੇ ਮੰਗੀ ਨਹੀਂ, ਉਹ ਕਿਹੜੀ? ਵੀ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਈ। ਇਹ ਨਹੀਂ ਮੰਗਿਆ ਤੁਸੀਂ? ਉਹ ਕਹਿੰਦੇ ਹਾਂ ਸਮਹਾਓ, ਕਿਉਂਕਿ ਆਪ ਅੰਦਾਜ਼ਾ ਲਾਓ ਜੇਲ੍ਹਾਂ 'ਚ ਬੈਠੇ ਹੋਏ ਬਹੁਤ ਸਾਰੇ ਬੱਚੇ, ਉਹਨਾਂ ਦੀਆਂ ਆਪਣੀਆਂ ਰਿਬੈਲਰੀਜ਼ ਨੇ, ਆਪਣੇ ਗੈਂਗ ਨੇ, ਉਹਨਾਂ ਦੇ ਆਪਣੀਆਂ ਚੀਜ਼ਾਂ ਨੇ, ਉਹ ਇਹੋ ਜਿਹੇ ਉੱਥੇ ਬੜੀ ਇੱਕ ਵੱਖਰਾ ਕਿਸਮ ਦਾ ਕਲਚਰ ਆ। ਉਹ ਕਹਿੰਦਾ ਉਹਦੇ ਬਾਰੇ ਤੁਸੀਂ ਮੰਗੇ ਹੀ ਕੁਛ ਨਹੀਂ। ਉਹ ਕਹਿੰਦੇ ਬਿਲਕੁਲ ਠੀਕ ਗੱਲ ਹੈ, ਪਰ ਸਮਹਾਓ ਸਾਨੂੰ ਪਤਾ ਨਹੀਂ। ਲੈਟਸ ਐਕਚੁਅਲੀ ਭਾਈ ਸਾਹਿਬ ਟੂ ਕਮ ਹੇਅਰ, ਦੈਨ ਵੀ ਗੋਨਾ ਟਾਕ ਟੂ ਹਿਮ। ਖੈਰ ਉਹ ਮੇਰੀ ਉਡੀਕ ਕਰ ਰਹੇ ਨੇ, ਮੈਂ ਗਿਆ ਉੱਥੇ। ਉਹ ਕਹਿੰਦੇ ਜੀ ਅੱਜ ਆ ਜਾਓ ਇੱਥੇ, ਅੱਜ ਆ ਕੇ ਪਕੜੇ ਤੁਸੀਂ, ਸਾਨੂੰ ਆ ਸਵਾਲ ਦਾ ਜਵਾਬ ਦਿਓ। ਜਦੋਂ ਉਹਨਾਂ ਨੇ ਸਵਾਲ ਦੱਸਿਆ, ਉਹ ਬੰਦਾ ਵੀ ਆ ਗਿਆ, ਉਹ ਲੜਕਾ ਵੀ ਆ ਗਿਆ ਵਿੱਚ। ਉਹ ਕਹਿੰਦੇ ਜੀ ਮੇਰਾ ਕੁਐਸਚਨ ਹੈ, ਮੈਂ ਤੁਹਾਨੂੰ ਪੁੱਛ ਰਿਹਾ ਇਸ ਰੂਪ ਦੇ ਵਿੱਚ। ਖੈਰ ਇਸ ਤਰ੍ਹਾਂ ਅੰਦਾਜ਼ਾ ਲਾਓ, ਜਦੋਂ ਨੇ ਸਵਾਲ ਪੁੱਛਿਆ ਨਾ, ਤੇ ਆਈ ਵਾਜ਼ ਐਕਚੁਅਲੀ ਆਨਸਰਿੰਗ them. It's not a usual or you can say ordinary question. It's a very ticklish question. When you are asking me, I feel tickle inside me. ਮੈਨੂੰ ਜੋ ਤੁਸੀਂ ਪੁੱਛ ਰਹੇ ਹੋ, ਮੈਨੂੰ ਹਾਸਾ ਆ ਰਿਹਾ ਮੇਰੇ ਅੰਦਰ, ਮਤਲਬ ਇਸ ਰੂਪ ਦੇ ਵਿੱਚ। ਉਹਦਾ ਕਾਰਨ ਤੁਸੀਂ ਪੁੱਛੋਗੇ ਕਿਉਂ? ਕਿਉਂਕਿ ਰੀਜ਼ਨ ਇਹ ਹੈ, ਜਿਵੇਂ ਤੁਸੀਂ ਇਸ ਸਾਰੀ ਚੀਜ਼ ਨੂੰ ਦੇਖਿਆ, ਮੈਂ ਕਦੀ ਦੇਖਿਆ ਹੀ ਨਹੀਂ ਹੈ। ਅੱਜ ਤੁਸੀਂ ਪਹਿਲੀ ਵਾਰੀ ਮੈਨੂੰ ਮੌਕਾ ਦੇ ਰਹੇ ਹੋ ਐਵੇਂ ਦੇਖਣ ਵਾਸਤੇ। ਹੋ ਜੇ ਨਾ, ਮੈਂ ਇਸ ਗੱਲ ਨੂੰ ਛੱਡਾਂਗਾ ਨਹੀਂ। ਮੈਂ ਇਹਦੇ ਬਾਬਤ ਆਪਣੇ ਸੀਨੀਅਰਸ ਦੇ ਨਾਲ, ਸਕਾਲਰ ਲੋਕਾਂ ਨਾਲ ਡਿਸਕਸ਼ਨ ਵੀ ਕਰਾਂਗਾ,
ਕੁਝ ਹੋਰ ਇਹਦੇ ਬਾਰੇ ਡੀਪ ਡਿਗ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਜਦੋਂ ਤੁਸੀਂ ਮੈਨੂੰ ਸਵਾਲ ਪੁੱਛਿਆ ਆ, ਵਟਸ ਕਮਿੰਗ ਇਨ ਮਾਈ ਮਾਈਂਡ ਇਨ ਯੂ ਕੈਨ ਸੇ ਫਸਟ ਗਲੈਂਸ, ਜਦੋਂ ਪਹਿਲੀ ਵਾਰ ਮੈਂ ਆਪਣੀ ਸੁਰਤ 'ਚ ਝਾਤ ਪਾਉਣਾ ਤੇ ਮੈਨੂੰ ਜੋ ਨਜ਼ਰ ਆਉਂਦਾ ਆ, ਲੈਟ ਮੀ ਟੈਲ ਯੂ ਦੈਟ, ਮੈਨੂੰ ਉਹ ਦੱਸਣ ਦਿਓ ਤੁਹਾਨੂੰ। ਮੈਂ ਤੁਹਾਨੂੰ ਸੱਚ ਦੱਸਾਂ, ਬਾਬਾ ਜੀ ਦੀ ਬਾਣੀ ਪੜ੍ਹਦਿਆਂ ਮੈਨੂੰ ਤੁਹਾਡਾ ਇਹ ਸਵਾਲ ਐਵੇਂ ਸਮਝ ਆਇਆ ਆ, ਬਾਬਾ ਜੀ ਦੀ ਬਾਣੀ ਕਹਿੰਦੀ ਧਰਤੀ ਤੇ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ, ਕਿਹਦੇ ਤੋਂ ਰੱਖਿਆ ਮੰਗਾਂਗੇ ਅਸੀਂ? ਕੋਈ ਦੁਸ਼ਮਣ ਹੋਏ ਤੇ ਉਹਦੇ ਬਾਰੇ ਕਹੀਏ ਕਿ ਬਾਬਾ ਆਹ ਦੁਸ਼ਮਣੀ ਤੇ ਇਹਦੇ ਤੋਂ ਬਚਾਈ, ਆਹ ਦੁਸ਼ਮਣੀ ਇਹਨੂੰ ਮਾਰੀ। ਬਾਬਾ ਜੀ ਦੀ ਬਾਣੀ ਤੇ ਸਾਨੂੰ ਇਹ ਕਹਿ ਰਹੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਸਾਰੇ ਸਾਡੇ ਮਿੱਤਰ ਨੇ, ਸਾਰੇ, ਮਤਲਬ ਇਹ ਕਿਹਾ ਏਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭਵਾਦ। ਜੇ ਤੁਹਾਡਾ ਰੱਬ ਸੱਜਣ ਆ, ਸਾਰੀ ਕਾਇਨਾਤ ਤੁਹਾਡੀ ਸੱਜਣ ਆ। ਤੁਸੀਂ ਔਰੰਗਜ਼ੇਬ ਦੇ ਵਿੱਚ ਵੀ ਰੱਬ ਦਾ ਰੂਪ ਦੇਖ ਸਕਦੇ ਹੋ। ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਹੈ ਗੁਰੂ ਨਾਨਕ ਜੋਤ ਦਾ ਉਹ ਸਾਰੇ ਦਾ ਸਾਰਾ ਮਰਾਤਬਾ। ਜਦੋਂ ਅਸੀਂ ਗੁਰੂ ਬਾਬਾ ਜੀ ਦੀ ਨਾਂਦੇੜ ਦੀ ਫੇਰੀ ਬਾਰੇ ਇਤਿਹਾਸ 'ਚ ਪੜ੍ਹਦੇ ਆ ਨਾ, ਇੱਕ ਪਲ ਤੁਹਾਡਾ ਲਵਾਂਗਾ ਮੈਂ, ਉਹਦੇ 'ਚ ਹੁੰਦਾ ਇਹ, ਬਾਬਾ ਜੀ ਨਾਲ ਜਦੋਂ ਜਫਰਨਾਮਾ ਗਿਆ ਆ, ਉਸ ਤੋਂ ਬਾਅਦ ਚਿੱਠੀ ਪੱਤਰ ਤੁਰ ਪਿਆ। ਜਦੋਂ ਚਿੱਠੀ ਪੱਤਰ ਤੁਰ ਪਿਆ, ਉਹਦਾ ਲਾਸਟ ਖੱਤ ਜਿਹੜਾ ਮਿਲਦਾ ਗੁਰੂ ਸਾਹਿਬ ਨੂੰ, ਉਹਦਾ ਲਾਸਟ ਖੱਤ ਇਹ ਸੀਗਾ ਕਿ ਮੈਨੂੰ ਅੱਜ ਪਤਾ ਲੱਗਾ ਹੈ ਮੈਂ ਕਿਸੇ ਦਰਵੇਸ਼ ਦੇ ਨਾਲ ਧਰੋ ਕਮਾ ਰਿਹਾ ਹਾਂ, ਮੈਨੂੰ ਅਹਿਸਾਸ ਹੋ ਗਿਆ ਹੈ ਪਾਪਾਂ ਦੀ ਪੰਡ ਬੜੀ ਭਾਰੀ ਹੋ ਗਈ ਹੈ, ਪਰ ਕੀ ਕਰਾਂ? ਜਿਸ ਕਲਬੂਤ ਨਾਲ ਤਾਂ ਉਮਰ ਦੌੜ ਕੇ ਪਾਪਾਂ ਦੇ ਸਾਰੇ ਔਗਣਾਂ ਦੇ ਕੰਕਰ ਇਕੱਠੇ ਕਰਕੇ ਪੰਡ ਬੰਨੀ ਹੈ, ਉਹ ਭਾਰੀ ਚੁੱਕਣੀ ਮੁਸ਼ਕਲ ਹੋ ਗਈ। ਇੱਕ ਇਸ ਕਰਕੇ ਪੰਡ ਭਾਰੀ ਹੈ, ਦੂਜਾ ਇਸ ਕਰਕੇ ਸਰੀਰ ਬਿਰਧ ਹੋ ਗਿਆ। ਹੁਣ ਸਫ਼ਰ ਨਹੀਂ ਅਲਾਓ ਕਰਦਾ, ਜੇ ਸਫ਼ਰ ਅਲਾਓ ਕਰਦਾ ਤੁਹਾਡੇ ਤੱਕ ਜ਼ਰੂਰ ਪਹੁੰਚਦਾ। ਪਰ ਹੁਣ ਤੁਸੀਂ ਇੱਕ ਤਰਸ ਕਰੋ, ਮੈਨੂੰ ਆ ਕੇ ਮਿਲੋ ਇੱਥੇ ਦੱਖਣ ਦੇ ਵਿੱਚ। ਮੈਂ ਇੱਥੇ ਤੁਹਾਨੂੰ ਮਿਲਣਾ ਚਾਹਾਂਗਾ। ਕਿਉਂ? ਕਿਉਂਕਿ ਹੋ ਸਕਦਾ ਤੁਹਾਡੇ ਵਰਗਾ ਦਰਵੇਸ਼ ਕੋਈ ਆਏ ਤੇ ਮੈਨੂੰ ਸਹੀ ਰਾਹ ਵਿਖਾਏ, ਰੌਸ਼ਨ ਕਰੇ ਮੇਰੇ ਰਾਹ ਨੂੰ, ਤੇ ਮੈਂ ਵੀ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਜਿਹੜੇ ਨੇ, ਰਹਿੰਦਾ ਸਮਾਂ ਜਿਹੜਾ ਹੈ, ਉਹ ਸਹੀ ਪਾਸੇ ਲਗਾ ਸਕਾਂ, ਮੈਨੂੰ ਕੋਈ ਰਾਹ ਵਿਖਾਉਣ ਵਾਲਾ ਮਿਲ ਜਾਏ ਉਸ ਰੂਪ ਦੇ ਵਿੱਚ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋਂ ਹੀ ਡਿਸਾਈਡ ਕਰ ਲਿਆ, ਦੱਖਣ ਜਾਵਾਂਗੇ। ਉਹ ਰਾਹ ਵੇਖਣਾ ਚਾਹੁੰਦਾ, ਉਹਨੂੰ ਵਿਖਾਵਾਂਗੇ। ਮਹਾਰਾਜ ਦੇ ਕੋਲ ਸਿੱਖਾਂ ਨੇ ਵੀ ਇੱਥੋਂ ਤੱਕ ਕਿਹਾ, ਮਹਾਰਾਜ ਕੀ ਲੋੜ ਹੈ ਦੱਖਣ ਜਾਣ ਦੀ? ਬਾਬਾ ਜੀ ਕਹਿੰਦੇ ਨਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਕੋਈ ਇਹ ਹੈ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਦਾ ਵੈਰ ਹੈ ਹੀ ਨਹੀਂ ਕਿਸੇ ਨਾਲ, ਉਹ ਅੰਦਰੋਂ ਬਿਲਕੁਲ ਨਿਰਵੈਰ, ਵੈਰ ਰਹਿਤ ਹੈ। ਹਾਂ, ਅਸੂਲਾਂ ਤੇ ਪੱਕਾ ਹੈ, ਜਿਹੜੇ ਅਸੂਲ ਨੇ ਉਹ ਬਿਲਕੁਲ ਪੱਕੇ ਪਰਪੱਕਤਾ ਦੇ ਸਰੂਪ ਦੇ ਵਿੱਚ ਨੇ। ਹਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਸਿੱਖੀ ਦੇ ਆਸ਼ੇ ਦੇ ਵਿੱਚ ਕੋਈ ਦੁਸ਼ਮਣ ਨਹੀਂ ਬਾਹਰ, ਕੋਈ ਵੈਰੀ ਨਹੀਂ ਬਾਹਰ, ਸਭ ਰੱਬ ਦੀ ਰਿਆਇਆ, ਸਭ ਰੱਬ ਦੀ ਜੋਤ ਹੈ। ਜੇ ਇਹ ਨਾ ਹੋਏ ਤੇ ਕਿਵੇਂ ਬਾਬਾ ਜੀ ਕਹਿ ਦੇਣ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਬਾਤ ਹੋ ਗਈ ਇਸ ਰੂਪ ਦੇ ਵਿੱਚ, ਕਿਆ ਕੋਈ ਦੁਸ਼ਮਣ ਨਹੀਂਗਾ, ਕੋਈ ਉਸ ਰੂਪ ਵਿੱਚ ਸਾਡਾ ਵਿਰੋਧੀ ਨਹੀਂਗਾ। ਪਰ ਹਾਂ, ਬਾਬਾ ਜੀ ਦੀ ਬਾਣੀ ਜਦੋਂ ਹੋਰ ਥੋੜਾ ਗਹਿਰੇ ਤਲ ਤੇ ਪੜ੍ਹਦੇ ਆ, ਬਾਬਾ ਜੀ ਕਹਿੰਦੇ ਫਿਰ ਚੇਤੇ ਰੱਖੀ, ਜੇ ਦੁਸ਼ਮਣ ਲੱਭਣਾ ਹੀ ਨਾ, ਸਭ ਤੋਂ ਪਹਿਲਾਂ ਆਪਣੇ ਅੰਦਰੋਂ ਲੱਭ, ਤੇਰਾ ਅਸਲ ਵਿੱਚ ਦੁਸ਼ਮਣ ਕੌਣ ਆ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਸਾਡਾ ਬਾਹਰ ਦੁਸ਼ਮਣ ਕੋਈ ਨਹੀਂ, ਸਾਡਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਆਪਣਾ ਮਨ ਬਣ ਜਾਂਦਾ ਹੈ। ਜਦੋਂ ਜਿਹੜਾ ਕੰਮ ਕਰਨਾ ਚਾਹੀਦਾ, ਉਸ ਕੰਮ ਤੋਂ ਸਾਨੂੰ ਰੋਕਦਾ, ਜਿਹੜਾ ਕੰਮ ਨਹੀਂ ਕਰਨਾ ਚਾਹੀਦਾ, ਉਸ ਕੰਮ ਵੱਲ ਸਾਨੂੰ ਤੋਰਦਾ, ਆ ਸਾਡਾ ਦੁਸ਼ਮਣ ਹੈ। ਜਦੋਂ ਮੈਂ ਬੇਨਤੀ ਕੀਤੀ ਕਿ ਮਨ ਕਹਿੰਦਾ ਕੀ ਜਾ ਕੇ ਕਰਨਾ ਹੈ ਗੁਰਦੁਆਰੇ, why I should go to Gurdwara, why should I bother myself to sit in the sangat, what is the purpose to come or participate in this congregation, then Baba Ji's Bani is answering it. Baba Ji Bani says us, ਇਹਦੇ ਨਾਲ ਗੱਲ ਕਰਿਆ ਕਰ, ਇਹਨੂੰ ਕਿਹਾ ਕਰ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਉਹ ਮੇਰੇ ਮਨਾ ਦੁਸ਼ਮਣ ਨਾ ਬਣ ਓਏ, ਉਹ ਇਹ ਕੰਮ ਨਾ ਕਰ ਓਏ, ਐਵੇਂ ਤੇ ਨਹੀਂ ਕਰਨਾ ਚਾਹੀਦਾ ਤੈਨੂੰ, ਤੂੰ ਮੇਰਾ ਆ ਤੇ ਫਿਰ ਮੇਰਾ ਬਣ ਨਾ। ਸੁਣ ਮਨ ਮਿੱਤਰ ਪਿਆਰਿਆ, ਉਹ ਮੇਰੇ ਮਨਾ ਮਿੱਤਰ ਬਣ, ਮਿਲ ਵੇਲਾ ਹੈ ਇਹ ਮਲਾਪ ਦਾ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਮਿੰਗਲ ਹੋ ਸਕਦੀ ਹੈ। ਇੱਕ ਪਲ ਰੋਕ ਕੇ ਇੱਕ ਬਾਣੀ ਚ ਹੋਰ ਬਚਨ ਕਹਿਣਾ ਤੁਹਾਡੇ ਸਾਹਮਣੇ। ਮੈਂ ਕਿਹਾ, ਮਨ ਪੁੱਛਦਾ ਗੁਰਦੁਆਰੇ ਕਿਉਂ ਜਾਣਾ ਹੈ?
ਇੱਕ ਪਲ ਰੁਕੀਏ। ਸਾਡਾ ਘਰ ਦਾ ਮੈਂਬਰ ਪੁੱਛਦਾ, ਯੰਗ ਬੱਚਾ ਪੁੱਛਦਾ, ਵਾਈ ਆਈ ਸ਼ੁੱਡ ਗੋ ਟੂ ਗੁਰਦੁਆਰਾ ਸਾਹਿਬ। ਤੇ ਬਾਬਾ ਜੀ ਦੀ ਬਾਣੀ ਪਤਾ ਕੀ ਕਹਿੰਦੀ? ਬਾਬਾ ਜੀ ਬਾਣੀ ਕਹਿੰਦੀ ਗੁਰਦੁਆਰਾ ਸਤ ਸੰਗਤ ਹੈ, ਤੇ ਸਤ ਸੰਗਤ ਦਾ ਅਹਿਸਾਸ ਇਹ ਰੱਖ ਆਪਣੇ ਅੰਦਰ। ਸਾਧ ਸੰਗ ਜੋ ਤੁਮਹਿ ਮਿਲਾਇਆ, ਤੋ ਸੁਣੀ ਤੁਮਹਾਰੀ ਬਾਣੀ। ਆ ਸੰਗਤ ਦਾ ਮੁੱਖ ਪਰਪਸ ਬਣਦਾ ਹੈ। ਸੰਗਤ ਵਿੱਚ ਇਸ ਕਰਕੇ ਆਉਣਾ ਆ ਕਿਉਂਕਿ ਸੰਗਤ ਵਿੱਚ ਬਾਣੀ ਵਰਤ ਰਹੀ ਹੈ, ਬਾਣੀ ਵਰਤਾਈ ਜਾ ਰਹੀ ਹੈ। ਇੱਥੇ ਅਸੀਂ ਬਾਣੀ ਦੇ ਆਗੋਸ਼ ਵਿੱਚ ਆਪਣੇ ਆਪ ਨੂੰ ਲੈ ਕੇ ਆਉਨੇ ਆ। ਇੱਥੇ ਬਾਣੀ ਵਿੱਚ ਸਾਡੀ ਸੁਰਤ ਨੇ, ਸਾਡੇ ਮਨ ਨੇ ਚੁੱਭੇ ਲਾਉਣੇ ਨੇ। ਜੇ ਇਹ ਪਰਪਸ ਸਰਵ ਨਾ ਹੋਇਆ, ਗੁਸਤਾਖੀ ਲਈ ਮਾਫੀ, ਸਮਝੋ ਅਸੀਂ ਗੁਰਦੁਆਰੇ ਨਹੀਂ ਆਏ, ਸਮਝੋ ਸਾਡਾ ਗੁਰਦੁਆਰੇ ਆਉਣਾ ਸਫਲਾ ਨਾ ਹੋਇਆ। ਸਾਡੀ ਸਾਂਝ ਬਾਣੀ ਨਾਲ ਹੈ, ਸਾਡੀ ਸਾਂਝ ਬਾਣੀ ਦੇ ਆਗੋਸ਼ ਵਿੱਚ ਅਮਾਉਣ ਦੀ ਹੈ। ਸੋ ਬਚਨ ਆ ਰਿਹਾ ਹੈ ਕਿ ਸਾਧ ਸੰਗ ਜੋ ਤੁਮਹਿ ਮਿਲਾਇਓ, ਤੋ ਸੁਣੀ ਤੁਮਹਾਰੀ ਬਾਣੀ। ਇੱਥੇ ਆ ਕੇ ਬਾਣੀ ਸੁਣਨੀ ਹੈ। ਇੱਕ ਰੰਗ ਹੋਰ ਇਹਦੇ ਨਾਲ ਐਡ ਕਰ ਦੇਣਾ। ਦੇਖੋ, ਕੰਨ ਤੇ ਮਨ ਦੋਵੇਂ ਵਰਡ ਇੱਕ ਦੂਜੇ ਦੇ ਨਾਲ ਰਾਈਮ ਕਰਦੇ ਨੇ, ਹਨਾ? ਕੰਨ ਤੇ ਮਨ। ਚੇਤੇ ਰੱਖਿਆ ਜੇ, ਜਿੱਥੇ ਮਨ ਕਹੇਗਾ ਮੈਂ ਨਹੀਂ, ਇਹਦੇ ਨਾਲ ਸਾਂਝ ਪਾਉਣੀ, ਕੰਨ ਚਾਹ ਕੇ ਵੀ ਨਹੀਂ ਪਾ ਪਾਏਗਾ। ਜੇ ਮਨ ਖਾਹਸ਼ ਰੱਖੇਗਾ, ਕੰਨ ਵੀ ਖਾਹਸ਼ ਰੱਖੇਗਾ। ਇਹ ਗੱਲ ਹੈ ਸਰੋਤ ਦੀ, ਇਹ ਗੱਲ ਹੈ ਸੁਣਨ ਦੀ, ਇਹ ਗੱਲ ਹੈ ਜਿਹਨੂੰ ਅਸੀਂ ਬਚਨ ਮਹਾਰਾਜ ਬਿਆਨ ਕਰਦੇ, ਰੇ ਮਨ ਹਰਿ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਤਾਂ ਹੀ ਕਿਹਾ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਰੀ ਤੇ ਵਡਿਆਉਣ ਵਾਲਾ ਹੈ, ਉਹ ਤੇ ਵਡਿਆਈ ਕਰੋ। ਕਿਉਂ? ਕਿਉਂਕਿ ਉਹ ਤੇ ਦਿੰਦਿਆਂ ਥੱਕਦਾ ਹੀ ਨਹੀਂਗਾ। ਤੁਸੀਂ ਆਪਣਾ ਦਾਮਨ ਵਧਾਈ ਜਾਓ, ਉਹ ਦਾਤਾਂ ਵਧਾਈ ਜਾਏਗਾ। ਮੈਂ ਸ਼ਿਕਾਇਤ ਕਰਾਂ, ਰੱਬਾ ਮੈਨੂੰ ਨਹੀਂ ਤੂੰ ਆ ਚੀਜ਼ ਦਿੱਤੀ, ਮੈਨੂੰ ਨਹੀਂ ਤੂੰ ਆ ਚੀਜ਼ ਦਿੱਤੀ। ਬਾਬਾ ਜੀ ਦੀ ਬਾਣੀ ਕਹਿੰਦੀ ਹੈ ਤੇਰਾ ਦਾਮਨ ਚਾਕਿਆ, ਤੇਰੇ ਦਾਮਨ 'ਚ ਥਾਂ ਨਹੀਂਗੀ। ਉਹ ਦੇਣ ਵਾਲਾ ਘੱਟ ਥੋੜਾ ਆ, ਜੋ ਮਰਜ਼ੀ ਲੈ ਲਓ। ਮੈਂ ਤੇ ਬੱਚਿਆਂ ਨੂੰ ਕਹਿਣਾ ਨਾ, ਸਕਾਈ ਇਜ਼ ਦ ਲਿਮਿਟ। ਲੁੱਕ ਐਟ, ਆਪਣੇ ਵੱਲੋਂ ਮੈਂ ਬਿਆਨ, ਆਪਣੇ ਵੱਲੋਂ ਬਾਤ ਕਰਦਾ। ਸਮ ਹਵਾ ਤੁਹਾਡੇ ਸਾਹਮਣੇ ਇਸ ਰੂਪ ਦੇ ਵਿੱਚ ਬੈਠਾ ਆ। ਕਦੀ ਅਹਿਸਾਸਿਆ ਜਾ ਸਕਦਾ ਹੈ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਹੜੀ ਕਿਹੜੀ ਵਡਿਆਈ ਨਹੀਂ ਮਾਣ ਸਕਦੇ, ਜੋ ਚਾਹੋ ਮਾਣ ਸਕਦੇ। ਸਕਾਈ ਇਜ਼ ਦ ਲਿਮਿਟ। ਮੈਂ ਯੰਗ ਬੱਚਿਆਂ ਨਾਲ ਇੰਟਰੈਕਸ਼ਨ ਕਰਦਾ, ਤੁਸੀਂ ਵੀ ਗੱਲ ਕਰਿਆ ਕਰੋ। ਉਹਨਾਂ ਨੂੰ ਕਿਹਾ ਕਰਿਓ ਕਰੋ, ਪੁੱਤ ਜਿਹੜੀ ਏਜ ਹੈ 17-18 ਸਾਲ ਤੱਕ, ਇਹ ਉਹ ਏਜ ਆ ਜਿਹਦੇ 'ਚ ਤੁਸੀਂ ਜੋ ਚਾਹੋ ਉਹ ਬਣਨ ਵਾਸਤੇ ਤਿਆਰ ਹੋ ਸਕਦੇ ਹੋ। ਮੈਂ ਕਹਿੰਦਾ ਬੱਚਿਆਂ ਨੂੰ until grade 12 you should not try any sort of substance, you should not go any sort of actually bad company, you should not actually engage in any sort of bad groups. Just try to finish grade 12 properly, then the whole opportunities for you in this world, ਸਾਰਾ ਕੁਝ ਤੁਹਾਡੇ ਵਾਸਤੇ ਹੈ। sky is the limit। 4 ਸਾਲਾਂ ਦੀ ਡਿਗਰੀ ਹੈ ਇੰਜੀਨੀਅਰਿੰਗ ਦੀ, 4 ਸਾਲਾਂ ਦੀ ਗ੍ਰੈਜੂਏਸ਼ਨ, 2-2.5 ਸਾਲ ਦਾ ਲਾਅ ਦਾ ਕੋਈ ਜਿਹੜਾ ਹੈਗਾ ਅੱਗੇ ਕੋਈ ਪ੍ਰੋਗਰਾਮ ਆ। ਤੁਸੀਂ ਅਕਾਊਂਟੈਂਟ ਬਣਨਾ ਹੈ, ਯੂ ਨੇਮ ਇਟ, ਐਨੀ ਸੋਰਟ ਆਫ ਪ੍ਰੋਫੈਸ਼ਨ ਤੁਹਾਡੇ ਵਾਸਤੇ ਦੁਨੀਆ ਵੇਟ ਕਰ ਰਹੀ ਹੈ। ਪਰ ਇੰਨਾ ਕੁ ਜਿਹੜਾ ਆਪਣਾ ਜਿਹੜਾ ਕਹਿ ਲਓ ਕਿ ਬੈਕਗਰਾਉਂਡ ਉਸ ਰੂਪ ਵਿੱਚ ਉਹਨੂੰ ਬਣਾ ਲਓ। ਆਪਣੇ ਜਿਹੜਾ ਆਪਣੀ ਜਿਹੜੀ ਨੀਂਹ ਹੈ ਉਹਨੂੰ ਪੱਕੀ ਕਰ ਲਓ, ਫਾਊਂਡੇਸ਼ਨ ਉਸ ਰੂਪ ਵਿੱਚ ਜਿਹੜੀ ਕ੍ਰੀਏਟ ਕਰ ਲਓ। ਸਾਰਾ ਕੁਝ ਤੁਹਾਡੇ ਵਾਸਤੇ ਮੌਜੂਦ ਹੈ। ਬਾਬਾ ਜੀ ਦੀ ਬਾਣੀ ਇਹੀ ਇਸ ਰੂਪ ਵਿੱਚ ਬਿਆਨ ਕਰਦੀ ਕਿ ਇਸ ਮਨ ਨਾਲ ਗੱਲ ਕਰ, ਧਰਤੀ ਦੀ ਕੋਈ ਵਡਿਆਈ, ਧਰਤੀ ਦੀ ਕੋਈ ਖਾਹਸ਼ ਤੇਰੇ ਤੋਂ ਦੂਰ ਨਹੀਂ। ਇਸ ਸਾਰੇ ਨੂੰ ਇੱਥੋਂ ਤੱਕ ਸੁਣਦਿਆਂ ਪੜ੍ਹਦਿਆਂ ਹੁਣ ਤੁਸੀਂ ਬਾਣੀ ਦਾ ਬਚਨ ਪੜੋ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਕਿਹੜੀ ਚੀਜ਼ ਦੂਰ ਰਹਿ ਗਈ ਜੀ? ਬਾਬਾ ਜੀ ਕਹਿੰਦੇ ਜੋ ਕਹੇਗਾ ਉਹ ਮਿਲ ਜਾਏਗਾ। ਪਰ ਹਾਂ, ਮੁਸ਼ਕਲ ਇਹ ਹੈ ਕਿ ਮਨ ਆਪਣੀ ਦੁਨੀਆ 'ਚ ਗਵਾਚਿਆ। ਉਹ ਕੰਨ ਨੂੰ ਕਹਿੰਦਾ ਇਹ ਗੱਲ ਨਹੀਂ ਸੁਣਨੀ। ਜਦੋਂ ਕੰਨ ਨੇ ਸੁਣਨੀ ਨਹੀਂ ਤੇ ਪ੍ਰੋਸੈਸ ਕਿੱਥੋਂ ਹੋਣੀ? ਉਹ ਮੇਰੇ ਅੰਦਰ ਕਿੱਥੇ ਟਿਕੇਗੀ? ਸੋ ਬਚਨ ਆਇਆ, ਰੇ ਮਨ ਹਰਿ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ। ਇੱਕ ਮਿਸਾਲ ਅੱਜ ਦੀ ਦੁਨੀਆ 'ਚੋਂ ਦੇ ਦਿੰਦਾ ਵਾਂ, ਇਸ ਪੋਸਟ ਮਾਡਰਨ ਲਿਟਰੇਚਰ ਦੇ ਵਿੱਚੋਂ। ਉਹ ਇਸ ਰੂਪ ਦੇ ਵਿੱਚ ਆ ਕਿ ਨਾ ਅੱਜ ਕੱਲ੍ਹ ਸਾਇੰਟੀਫਿਕਲੀ ਜਾਂ ਨਿਊਰੋ ਸਾਇੰਸ ਵਿੱਚ ਬਹੁਤ ਸਾਰੀਆਂ ਸਟੱਡੀ ਸਾਡੇ ਕੋਲ ਆ ਗਈਆਂ ਨੇ। ਇੱਕ ਬੱਚਾ ਆ, ਉਹ ਇੱਕ ਚੀਜ਼ ਨੂੰ ਇੱਕ ਵਾਰੀ ਪੜ੍ਹਦਾ ਤੇ ਪੜ੍ਹ ਕੇ ਕਿਤਾਬ ਮੂਧੀ ਮਾਰਦਾ, ਟੈਸਟ ਲਿਖ ਕੇ ਤੇ 90% ਮਾਰਕਸ ਲੈ ਆਉਂਦਾ।
ਇੱਕ ਦੂਸਰਾ ਬੱਚਾ ਆ, ਉਹ ਵਿਚਾਰਾ ਪੂਰਾ ਮਹੀਨਾ ਤਿਆਰੀ ਕਰਦਾ, ਮਹੀਨਾ ਤਿਆਰੀ ਕਰਕੇ ਤੇ ਜਾ ਕੇ ਐਗਜ਼ਾਮ ਵਿੱਚ ਬੈਠਦਾ ਤੇ ਫਿਰ ਪਾਸ ਹੋਣ ਜੋਗੇ ਨੰਬਰ ਵੀ ਨਾ ਲੈ ਪਾਉਂਦਾ, ਫੇਲ ਹੋ ਜਾਂਦਾ। ਉਹ ਕਹਿੰਦੇ ਦਾ ਮਤਲਬ ਹੈ ਇਹਦਾ ਬ੍ਰੇਨ ਜ਼ਿਆਦਾ ਕੈਪੈਸਿਟੀ ਰੱਖਦਾ, ਇਹਦਾ ਬ੍ਰੇਨ ਘੱਟ ਕੈਪੈਸਿਟੀ ਰੱਖਦਾ ਆ। ਜਿਹੜੀ ਸਾਇੰਟੀਫਿਕ ਸਟੱਡੀ ਹੈ ਉਹ ਕਹਿੰਦੀ ਐਕਚੁਅਲੀ ਐਸਾ ਨਹੀਂ ਹੈਗਾ। ਬ੍ਰੇਨ ਆਲਮੋਸਟ ਸਾਡੇ ਥੋੜੇ ਬਹੁਤੇ ਵੈਰੀ ਕਰਦੇ ਨੇ, ਬਹੁਤ ਨਾ ਮਾਤਰ, ਅਦਰਵਾਈਜ਼ ਇੱਕੋ ਜਿਹੀ ਨੇ। ਸਾਡੀ ਬ੍ਰੇਨ ਦੀ ਕੈਪੈਸਿਟੀ ਜਿਹੜੀ ਹੈ ਨਿਊਰੋ ਸਾਇੰਸਿਸ ਦੇ, ਜਿਹੜੀ ਸਾਡੀ ਖਾਸ ਕਰਕੇ ਜਿਹੜਾ ਕਹਿ ਲਓ ਕਿ ਸਾਡਾ ਉਹ ਬ੍ਰੇਨ ਐਜ਼ ਏ ਆਰਗਨ ਕਹਿ ਲਓ, ਉਹਦੀ ਕੈਪੈਸਿਟੀ ਆਲਮੋਸਟ ਇੱਕੋ ਜਿੰਨੀ ਹੈ। ਪਰ ਅਸੀਂ ਕਹਿੰਦੇ ਐਵੇਂ ਕਿਵੇਂ ਹੋ ਸਕਦਾ? ਅਸੀਂ ਦੁਨੀਆ ਤੇ ਵੇਖਦੇ ਆ, ਇੱਕੋ ਹਾਊਸ ਹੋਲਡ, ਇੱਕੋ ਛੱਤ ਦੇ ਵਿੱਚ ਦੋ ਬੱਚੇ ਡਿਫਰੈਂਟ ਪਰਫਾਰਮ ਕਰਦੇ ਨੇ। ਇਹ ਮੁਸ਼ਕਲ ਬ੍ਰੇਨ ਦੀ ਨਹੀਂ ਗਈ, ਇਹ ਮੁਸ਼ਕਲ ਪਤਾ ਕਿਹਦੀ ਹੈਗੀ ਹੈ? ਕੰਸੈਂਟਰੇਸ਼ਨ ਦੀ, ਇਕਾਗਰਤਾ ਦੀ। ਇਕਾਗਰਤਾ ਦਾ ਵਧਣਾ ਤੇ ਘਟਣਾ ਇਹ ਤੁਹਾਡੀ ਚੀਜ਼ਾਂ ਨਾਲ ਰਿਲੇਸ਼ਨਸ਼ਿਪ ਬਿਲਡ ਕਰਦਾ ਹੈ। ਜਿੱਥੇ ਇਕਾਗਰਤਾ ਵਧਿਆ ਉਹ ਚੀਜ਼ ਜਲਦੀ ਪਿਕ ਹੋ ਜਾਏਗੀ, ਜਿੱਥੇ ਇਕਾਗਰਤਾ ਘਟਿਆ ਉਹ ਚੀਜ਼ ਜਲਦੀ ਪਿਕ ਨਹੀਂ ਹੋਏਗੀ। ਇਸ ਰੂਪ ਵਿੱਚ ਅਹਿਸਾਸੋ ਇਸ ਚੀਜ਼ ਨੂੰ। ਬਾਬਾ ਜੀ ਵਾਰ-ਵਾਰ ਕਹਿੰਦੇ, ਮੈਂ ਕਈ ਵਾਰੀ ਖਾਸ ਕਰਕੇ ਪੇਰੈਂਟਸ ਨੂੰ ਬਾਤ ਕਰਦਾ, ਬੱਚਿਆਂ ਦੀ ਬਾਤ ਕੀਤੀ, ਪੇਰੈਂਟਸ ਦੀ ਗੱਲ ਕਰਨਾ। ਜਿਹੜੀ ਸਪਿਰਿਚੁਅਲਿਟੀ ਹੈਗੀ ਹੈ, ਜਿਹੜਾ ਸੰਗਤ ਆ, ਜਿਹੜੀ ਗੁਰਬਾਣੀ ਨਾਲ ਰਿਸ਼ਤਾ ਬਣਾਉਣਾ, ਇਹ ਸਭ ਚੀਜ਼ਾਂ, ਇਟਸ ਨੋਟ ਅ ਹੈਂਕੀ ਪੈਂਕੀ ਬਿਜ਼ਨਸ। ਇਹ ਕੋਈ ਜੋਕ ਨਹੀਂਗਾ, ਸੌਰੀ ਫॉर दैट, ਇਟਸ ਅ ਵੈਰੀ ਸਿੰਸੀਅਰ ਐਂਡ ਸੀਰੀਅਸ ਬਿਜ਼ਨਸ। ਇਹ ਬੜਾ ਸੀਰੀਅਸ ਕੰਮ ਆ, ਇਹਨੂੰ ਐਵੇਂ ਜੋਕ ਨਾ ਸਮਝਿਆ ਕਰੋ, ਮਜ਼ਾਕ ਨਾ ਸਮਝਿਆ ਕਰੋ। ਇਹਦਾ ਇਸ ਤਰ੍ਹਾਂ ਜਾਣੋ, ਇਹਦਾ ਇੰਪੈਕਟ ਬਹੁਤ ਮਲਟੀ ਲੇਅਰ ਦੇ ਵਿੱਚ ਆ। ਪਹਿਲੇ ਪੜਾਅ ਦੇ ਵਿੱਚ ਮੈਂ ਪੜ੍ਹਦਾ ਆ ਬਾਣੀ, ਮੇਰਾ ਬੱਚਾ ਮੈਨੂੰ ਵਿਟਨੈਸ ਕਰਦਾ, ਮੇਰਾ ਛੋਟਾ ਭੈਣ ਭਰਾ ਮੈਨੂੰ ਵਿਟਨੈਸ ਕਰਦਾ, ਮੇਰਾ ਆਂਢ ਗੁਆਂਢ ਤੋਂ ਕੋਈ ਬੰਦਾ ਵਿਟਨੈਸ ਕਰਦਾ। ਉਹ ਕੱਲਾ ਵਿਟਨੈਸ ਇਹ ਨਹੀਂ ਕਰਦਾ ਬਾਣੀ ਪੜ੍ਹਦਾ, ਉਹ ਇਹ ਵੀ ਵਿਟਨੈਸ ਕਰਦਾ ਇਹਦਾ ਬਿਹੇਵੀਅਰ ਕਿਵੇਂ ਦਾ ਬਾਣੀ ਪੜ੍ਹ ਕੇ। ਜੇ ਮੈਂ ਬਾਣੀ ਪੜ੍ਹ ਕੇ ਸੇਮ ਵੇ ਦੇ ਨਾਲ ਆਪਣੇ ਪਾਰਟਨਰ ਨਾਲ ਲੜ ਰਿਹਾ ਵਾਂ, ਸੇਮ ਵੇ ਦੇ ਨਾਲ ਮੈਂ ਆਪਣੇ ਘਰ ਦੇ ਵਿੱਚ ਗੁੱਸਾ, ਗਿਲਾ, ਸ਼ਿਕਵਾ, ਸ਼ਿਕਾਇਤ, ਲੜਾਈ, ਝਗੜਾ, ਮੁਫਾਦ ਸਾਰਾ ਕੁਝ ਕਰ ਰਿਹਾ, ਡੈਫੀਨੇਟਲੀ ਅਗਲੇ ਨੇ ਇਕੱਲੇ ਨੂੰ ਮੈਨੂੰ ਜੱਜ ਨਹੀਂ ਕਰਨਾ, ਮੇਰੀ ਉਸ ਐਕਟੀਵਿਟੀ ਨੂੰ ਵੀ ਜੱਜ ਕਰਨਾ ਹੈ। ਉਹਨੇ ਕਹਿਣਾ what is the benefit to recite that much ਬਾਣੀ if you are not getting anything from there। ਆ ਇੱਥੋਂ ਬਾਤ ਬਣਦੀ ਹੈ। ਜਿਹੜੀ ਇਕਾਗਰਤਾ ਆ ਇਸ ਰੂਪ ਵਿੱਚ ਡਿਵੈਲਪ ਹੁੰਦੀ। ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਸੋਚੋ ਇਸ ਕੰਮ ਦੇ ਵਿੱਚੋਂ ਰਿਜ਼ਲਟ ਕੀ ਨਿਕਲਣਾ ਚਾਹੀਦਾ ਹੈ। ਇੱਕ ਛੋਟੀ ਜੀ ਮਿਸਾਲ ਹੋਰ ਦੇ ਦੇਣਾ ਇਹਦੇ ਨਾਲ। ਮੇਰੇ ਬੜੇ ਪਿਆਰੇ ਸੱਜਣ ਨੇ, ਅਕਸਰ ਮੇਰੇ ਕੋਲ ਆਉਂਦੇ। ਇੱਕ ਵਾਰੀ ਦਾ ਮੈਨੂੰ ਯਾਦ ਆ, ਮੈਂ ਬੱਚਿਆਂ ਦੇ ਕਲਾਸ ਰਨ ਕਰਦਾ ਸੀਗਾ। ਅਸੀਂ ਵੈਸਟਰਨ ਜਿਹੜਾ ਲਿਟਰੇਚਰ ਲਿਖਿਆ ਤੇ ਗੁਰਬਾਣੀ ਫਿਲਾਸਫੀ, ਵੈਸਟਰਨ ਲਿਟਰੇਚਰ ਅਬਾਊਟ ਸਿੱਖਾਂ ਬਾਰੇ, ਜਿਵੇਂ ਮੈਕਲੌਡ ਵਗੈਰਾ ਸਾਰਿਆਂ ਦਾ ਉਹਨਾਂ ਦਾ, ਉਹਨਾਂ ਨੂੰ ਉਸ ਤੋਂ ਪਹਿਲਾਂ ਇੱਥੋਂ ਦੇ ਕਿਸੇ ਇੰਸਟੀਟਿਊਸ਼ਨ 'ਚ ਜਾ ਕੇ ਪੜ੍ਹਨ, ਉਹਨਾਂ ਨੂੰ ਪਹਿਲਾਂ ਅਸੀਂ ਆਪ ਪੜ੍ਹਾ ਦਈਏ, ਦੱਸ ਦਈਏ ਕਿੱਥੇ ਕਿਹੜੀ ਕਮੀ ਹੈ, ਕਿੱਥੇ ਕਿਹੜੀ ਖਾਮੀ ਹੈ, ਕਿੱਥੇ ਉਹਨੇ ਸਹੀ ਨਹੀਂ ਪ੍ਰੈਜ਼ੈਂਟ ਕੀਤਾ ਸਾਨੂੰ, ਸਾਰੇ ਬਾਰੇ ਜਿਹੜਾ ਹੈਗਾ ਇਨ ਟਾਈਮ ਉਹਨਾਂ ਨੂੰ ਇਨਫੋਰਮ ਕਰ ਦਿਓ ਤਾਂ ਕਿ ਉਹ ਬਾਅਦ 'ਚ ਕਨਫਿਊਜ਼ ਨਾ ਹੋ ਜਾਣ। ਦੂਜੇ ਨੰਬਰ ਦੇ ਉੱਤੇ ਕੁਝ ਗੁਰਬਾਣੀ ਦੀਆਂ ਜਿਹੜੀਆਂ ਮੈਂ ਫਿਲਾਸਫੀ ਕਹਿ ਰਿਹਾ ਕਿ ਮੁੱਖ ਧਾਰਾਵਾਂ ਜਿਹੜੀਆਂ ਸਾਡੀ ਡਿਸਕਸ਼ਨ ਹੁੰਦੀ, ਉਸੇ ਸਮੇਂ 'ਚ ਕੁਝ ਕਈ ਵਾਰ ਪੇਰੈਂਟਸ ਵੀ ਆ ਜਾਂਦੇ ਸਾਡੀ ਕਲਾਸ ਦੇ ਵਿੱਚ, ਤੇ ਪੇਰੈਂਟਸ ਸਾਨੂੰ ਕਹਿੰਦੇ ਭਾਈ ਸਾਹਿਬ ਸਾਨੂੰ ਵੀ ਟਾਈਮ ਦਿਓ, ਅਸੀਂ ਵੀ ਕੋਈ ਡਿਸਕਸ ਕਰਨਾ ਚਾਹੁੰਦੇ ਹਾਂ। ਸਮਹਾਉ ਟਾਈਮ ਨਾ ਬਣਿਆ, ਵੀਰ ਜੀ ਆਏ ਮੇਰੇ ਕੋਲ, ਮੈਂ ਕਿਹਾ ਹੁਣ ਮੌਕਾ ਬਣਿਆ ਆ, ਤੁਸੀਂ ਨਾ ਮਾਪਿਆਂ ਨੂੰ ਕਿਹਾ ਤੁਸੀਂ ਇੰਟਰੈਕਸ਼ਨ ਕਰੋ ਹੁਣ ਵੀਰ ਜੀ ਦੇ ਨਾਲ, ਆਈ ਵਿਲ ਬੀ ਦੇਅਰ। ਸੋ ਅਸੀਂ ਇੰਟਰੈਕਸ਼ਨ ਲਈ ਬੈਠੇ। ਲੌਂਗ ਸਟੋਰੀ ਸ਼ਾਰਟ ਮੈਂ ਬਿਆਨ ਕਰਾਂ, ਪਹਿਲਾ ਸਵਾਲ ਸਾਡੇ ਇੱਕ ਭੈਣ ਜੀ ਨੇ ਪੁੱਛਿਆ, ਸਵਾਲ ਇਹ ਸੀਗਾ, ਭਾਈ ਸਾਹਿਬ ਜੀ ਤੁਸੀਂ ਐਜੂਕੇਸ਼ਨਲ ਸਾਈਕੋਲੋਜਿਸਟ ਹੋ, ਮੇਰਾ ਸਵਾਲ ਇਹ ਆ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਕਿਵੇਂ ਪੜ੍ਹਾਈਏ, ਇਹ ਸਵਾਲ ਪੁੱਛਿਆ। ਅਕਸਰ ਅਸੀਂ ਸਵਾਲ ਕਰਦੇ ਹਾਂ ਉਸ ਰੂਪ ਦੇ ਵਿੱਚ। ਭਾਈ ਸਾਹਿਬ ਨੇ ਕਿਹਾ, ਕਹਿੰਦੇ ਭੈਣ ਜੀ ਤੁਹਾਡਾ ਸਵਾਲ ਮੈਂ ਜ਼ਰੂਰ ਜਵਾਬ ਦਿਆਂਗਾ, ਤੁਸੀਂ ਸਵਾਲ ਪੁੱਛਿਆ ਮੈਨੂੰ, ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ, ਇਟਸ ਪਲੇਜ਼ਰ ਫॉर ਮੀ that you actually choose me to ask this kind of question. I feel pride for that, but at the same time I have one question for you. Can you answer that question first so that I can answer your one afterward? ਉਹ ਕਹਿੰਦੀ ਭਾਈ ਸਾਹਿਬ ਕੀ? ਕਹਿੰਦੇ ਤੁਸੀਂ ਬਾਣੀ ਬੱਚੇ ਨੂੰ ਪੜ੍ਹਾਉਣੀ ਕਿਉਂ ਚਾਹੁੰਦੇ ਹੋ? That is my question. ਤੁਸੀਂ ਬੱਚੇ ਨੂੰ ਬਾਣੀ ਪੜ੍ਹਾਉਣੀ ਕਿਉਂ ਚਾਹੁੰਦੇ ਹੋ? ਉਹ ਕਹਿੰਦੇ ਭਾਈ ਸਾਹਿਬ ਸਾਰੇ ਕਹਿੰਦੇ ਨੇ, ਮੈਂ ਵੀ ਕਿਹਾ ਆ, ਸਾਰੇ ਐਵੇਂ ਚਾਹੁੰਦੇ ਨੇ, ਮੈਂ ਵੀ ਚਾਹਿਆ। ਕਹਿੰਦੇ ਨਹੀਂ ਇਹ ਤੇ ਨਹੀਂ ਗੱਲ ਹੈ। ਬਾਣੀ ਚੋਂ ਮੈਂ ਬਚਨ ਕਹਾਂ, ਬਾਣੀ ਪਤਾ ਹੀ ਕਹਿੰਦੀ ਹੈ, ਬਾਣੀ ਕਹਿੰਦੀ ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਏ। ਇਹ ਤੇ ਗੱਲ ਨਾ ਬਣੀ, ਇੱਕ ਦੇ ਮਗਰ ਦੂਜਾ ਤੁਰੇ ਤੇ ਭੇਡਾਂ ਤੁਰਦੀਆਂ ਐਵੇਂ।
ਬੰਦਾ ਤੇ ਆਪਣਾ ਦਿਮਾਗ ਇਸਤੇਮਾਲ ਕਰਦਾ, ਅਕਲ ਇਸਤੇਮਾਲ ਕਰਦਾ। ਉਹ ਕਹਿੰਦੇ ਇਹ ਦੱਸੋ ਤੁਸੀਂ ਬਾਣੀ ਪੜ੍ਹਾਉਣੀ ਕਿਉਂ ਚਾਹੁੰਦੇ ਹੋ? ਉਹ ਕਹਿੰਦੇ ਭਾਈ ਸਾਹਿਬ ਇਹਦੇ ਬਾਰੇ ਕਦੀ ਸੋਚਿਆ ਨਹੀਂ। ਉਹ ਕਹਿੰਦੇ ਇੱਥੋਂ ਸੋਚਣਾ ਸ਼ੁਰੂ ਕਰਦੇ, ਮੈਂ ਬਾਣੀ ਪੜ੍ਹਾਂ ਸੋ ਦੈਟ ਆਈ ਗੈਟ ਸਮਥਿੰਗ, ਐਂਡ what I want to get, I want to get blessings। ਇਹ ਵਰਡ ਤੁਸੀਂ ਅਕਸਰ ਸੁਣਦੇ ਹੋ, blessings। And Baba Ji Bani says blessings always actually come to us in the form of virtues, ਖੂਬੀਆਂ, ਕੁਆਲਿਟੀਜ਼, ਜੀਵਨ ਦੇ ਗੁਣ, ਰੱਬ ਦੀਆਂ ਬਖਸ਼ਿਸ਼ਾਂ। ਜਿਵੇਂ ਸੂਰਜ ਆ ਨਾ, ਸੂਰਜ ਸਾਡੇ ਤੱਕ ਰੋਸ਼ਨੀ ਪਤਾ ਕਿਵੇਂ ਪਹੁੰਚਾਉਂਦਾ ਆ? ਕਿਰਨਾਂ ਦੇ ਜ਼ਰੀਏ। ਜਿਹੜੀਆਂ ਉਹਦੀਆਂ ਕਿਰਨਾਂ ਨੇ, ਰੱਬ ਸਾਡੇ ਤੱਕ ਬਖਸ਼ਿਸ਼ ਪਤਾ ਕਿਵੇਂ ਪਹੁੰਚਾਉਂਦਾ ਹੈ? ਰਿਸ਼ਮਾਂ ਦੇ ਜ਼ਰੀਏ। ਜਿਹੜੀਆਂ ਉਹਦੀਆਂ ਰਿਸ਼ਮਾਂ ਨੇ ਉਹ ਗੁਣ ਨੇ। ਮੈਂ ਬਾਣੀ ਇਸ ਕਰਕੇ ਅਲਾਪਾਂ ਤਾਂ ਕਿ ਉਸ ਗੁਣੀ ਨਿਧਾਨ ਦੇ ਗੁਣ ਮੇਰੇ ਵਿੱਚ ਆ ਸਕਣ। ਸੋ ਦੈਟ ਇਜ਼ ਦਾ ਮੇਨ ਪਰਪਸ। ਜਦੋਂ ਮੈਨੂੰ ਇਹ ਪਰਪਸ ਕਲੀਅਰ ਹੋਏਗਾ, ਮੈਂ ਬਾਣੀ ਪੜ੍ਹਨੀ ਹੈ। ਕਿਉਂ ਪੜ੍ਹਨੀ ਹੈ? ਚਲੋ ਦੋ ਚਾਰ ਬਹੁਤ ਸਿੰਪਲ ਗੱਲਾਂ ਕਰ ਦੇਣਾ ਵਾ। ਆਪਾਂ ਬੀਤੇ, ਮੈਨੂੰ ਯਾਦ ਪੈਂਦਾ ਇਤਵਾਰ ਆਪਾਂ ਜਿੱਥੇ ਗੱਲ ਵਿਚਾਰਦਿਆਂ ਜਾ ਕੇ ਸਮਾਪਤ ਕੀਤੀ ਸੀ, ਬਸ ਉਹ ਨਾਲ ਕਹਿ ਕੇ ਵਾਈਂਡ ਅਪ ਕਰਦਾ ਨਾਲ। ਕੁਝ ਅਸੀਂ ਬਚਨ ਵਿਚਾਰ ਰਹੇ ਸੀਗੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਰੀ ਦੁਨੀਆ ਦੇ ਗੁਣ, ਸਾਰੀ ਦੁਨੀਆ ਦੀਆਂ ਚੰਗਿਆਈਆਂ, ਇਹਨਾਂ ਨੂੰ ਸਾਰੀਆਂ ਨੂੰ ਇਕੱਠਾ ਕਰਕੇ ਇਹਨਾਂ ਨੂੰ ਡਿਸਟਿਲਰੀ ਕਰ ਲਵੋ, ਅਰਕ ਕੱਢ ਲਵੋ ਇਹਨਾਂ ਦਾ। ਜਦੋਂ ਤੁਸੀਂ ਅਰਕ ਕੱਢੋਗੇ ਤੇ ਪਤਾ ਕੀ ਨਿਕਲੇਗਾ? ਉਹਦੇ ਚ ਮਿੱਠਤ ਨੀਵੀਂ। ਮਿੱਠਤ ਪਹਿਲੀ ਚੀਜ਼, ਮਿਠਾਸ। ਕਹਿੰਦੇ ਨੇ ਬੰਦਾ ਜਦੋਂ ਜ਼ਬਾਨ ਖੋਲੇ, ਬੋਲੇ, ਕਿਵੇਂ ਬੋਲੇ ਹੋ? ਮਿੱਠਾ ਬੋਲੇ ਹੋ, ਚੰਗਾ ਬੋਲੇ ਹੋ, ਪਿਆਰਾ ਬੋਲੇ ਹੋ। ਇਹੋ ਜਿਹਾ ਬੋਲੇ ਕੋਈ ਉਹਨੂੰ ਸੁਣ ਸਕੇ। ਪਰ ਇਹ ਗੱਲ ਆ, ਆਪਾਂ ਉਸ ਦਿਨ ਬਚਨ ਵਿਚਾਰ ਰਹੇ ਸੀਗੇ ਕਿ ਜੋ ਪਾਈ ਹੈ ਭਾਂਡੇ ਵਿੱਚ ਵਸਤ ਸਾ ਨਿਕਲਾ। ਆ ਭਾਂਡਾ ਆ, ਇਹਦੇ ਚ ਜੋ ਪਾਓਗੇ ਉਹ ਨਿਕਲੇਗਾ। ਕੁਦਰਤ ਨੇ ਦੇਖੋ ਕੀ ਕਮਾਲ ਕੀਤੀ। ਕੰਨ ਦੋ ਦਿੱਤੇ ਤੇ ਮੂੰਹ ਇੱਕ ਦਿੱਤਾ। ਇੱਕ ਮੂੰਹ ਤੇ ਇਹਦੇ ਐਟਲੀਸਟ ਦੋ ਕੰਮ ਨੇ, ਇੱਕ ਖਾਣਾ ਤੇ ਇੱਕ ਬੋਲਣਾ। ਕੰਨ ਦੋ ਨੇ, ਕੰਮ ਇੱਕ ਹੈ, ਸਿਰਫ ਸੁਣਨਾ। ਮੂੰਹ ਬੋਲਣ ਵਾਸਤੇ ਖੋਲਣਾ ਪਏਗਾ, ਕੰਨ ਖੋਲਣੇ ਨਹੀਂ ਪੈਣਗੇ। ਬਿਲਕੁਲ ਵੇਖਣਾ ਨਾ ਤੁਸੀਂ, ਤੁਹਾਨੂੰ ਐਟਲੀਸਟ ਅੱਖਾਂ ਦੀਆਂ ਪਲਕਾਂ ਚੱਕਣੀਆਂ ਪੈਣੀਆਂ ਨੇ। ਕੰਨਾਂ ਲਈ ਵੀ ਨਹੀਂ ਰੱਖਿਆ, ਜਾਂ ਕੰਨ ਹਰ ਵਕਤ ਓਪਨ ਰਹਿਣੇ ਨੇ ਸਰੂਪ ਦੇ ਵਿੱਚ। ਪਰ ਅਨਫੋਰਚੂਨੇਟਲੀ ਇਹਦੇ ਬਾਬਤ ਰਿਸਰਚ ਪਈ ਹੈ, ਬੰਦਾ ਬੋਲਦਾ ਜ਼ਿਆਦਾ ਆ, ਸੁਣਦਾ ਘੱਟ ਆ। ਬੰਦਾ ਵੇਖਦਾ ਜ਼ਿਆਦਾ ਆ, ਸਰੋਤ ਘੱਟ ਕਰਦਾ ਆ। ਇਹ ਸਾਡੀ ਸਾਰਿਆਂ ਦੀ ਅਲਾਮਤ ਆ। ਇਸ ਨੂੰ ਐਗਜ਼ਾਮਪਲ ਇਸ ਤਰ੍ਹਾਂ ਕੀਤਾ ਗਿਆ, ਜਾਂ ਤੁਸੀਂ ਜਿਵੇਂ ਸੁਰਾਹੀ ਹੁੰਦੀ ਹੈ, ਚਲੋ ਸੁਰਾਹੀ ਜੇ ਕਿਸੇ ਨੇ ਨਹੀਂ ਦੇਖੀ ਹੋਏਗੀ, ਕੇਤਲੀ ਤੇ ਦੇਖੀ ਹੋਏਗੀ। ਕੇਤਲੀ ਹੈ ਨਾ, ਵੀ ਹੈਵ ਐਕਚੁਅਲੀ ਉਹਦੇ ਸਾਡੇ ਕੋਲ ਦੋ ਜਿਹੜੇ ਨੇ ਉਹਦੇ ਸੁਰਾਖ ਹੁੰਦੇ ਨੇ, ਇੱਕ ਮੋਕਲਾ, ਇੱਕ ਛੋਟਾ। ਜਿਹੜਾ ਮੋਕਲਾ ਚੌੜਾ ਸੁਰਾਖ ਆ, ਵਾਈਡ ਵਾਲਾ ਆ, ਉਹਦੇ ਚ ਪਾਇਆ ਜਾਂਦਾ ਆ। ਜਿਹੜਾ ਛੋਟਾ ਵਾਲਾ ਆ, ਉਹਦੇ ਚੋਂ ਕੱਢਿਆ ਜਾਂਦਾ ਆ। ਇਹਦੇ ਵਿੱਚ ਪਾਉਣਾ ਆ, ਇਹਦੇ ਵਿੱਚੋਂ ਕੱਢਣਾ ਆ। ਜੋ ਪਾਓਗੇ ਉਹ ਨਿਕਲੇਗਾ ਪ੍ਰੋਸੈਸ ਹੋ ਕੇ। ਜੇ ਮੈਂ ਸਵੇਰ ਤੋਂ ਸ਼ਾਮ ਤੱਕ ਕੂੜ ਸੁਣਾਂਗਾ, ਕੁਚੱਜ ਸੁਣਾਂਗਾ, ਕੁਸਤ ਸੁਣਾਂਗਾ, ਕੁਮਤ ਸੁਣਾਂਗਾ, ਈਰਖਾ ਦੁਆਖ ਨਾਲ ਭਰੇ ਬੋਲ ਸੁਣਾਂਗਾ, ਸਿਰਫ ਤੇ ਸਿਰਫ ਅਹੰਕਾਰ ਤੇ ਕ੍ਰੋਧ ਸੁਣਾਂਗਾ, ਹੋਏਗਾ ਕਿ ਮੂੰਹ ਤੋਂ ਉਹੀ ਬੋਲਾਂਗਾ। ਸਾਡੇ ਨਾ ਸਮਹਾਓ ਬਾਤ ਹੋ ਰਹੀ ਹੈ, ਸਾਡੇ ਇਹਨਾਂ ਮੁਲਕਾਂ ਦੇ ਵਿੱਚ ਬੱਚਿਆਂ ਦੀ ਵਾਇਲੈਂਸ ਤੋਂ ਅਸੀਂ ਬੜੇ ਤੰਗ ਹੋ ਰਹੇ ਹਾਂ। ਆਪ ਦੇਖੋਗੇ, ਮਤਲਬ ਬੀਤੇ 'ਚ ਸਾਡਾ ਇੱਕ ਪੁਲਿਸ ਆਫਿਸਰ ਸਰੀ ਦੇ ਵਿੱਚ ਉਹਨੇ ਬੋਲਿਆ, ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜਾ ਸ਼ੇਅਰ ਕੀਤਾ, ਸ਼ਾਇਦ ਤੁਹਾਡੇ ਤੱਕ ਵੀ ਪਹੁੰਚਿਆ। ਉਹਨੇ ਦੱਸਿਆ ਕਿ ਮੋਰ ਦੈਨ 300 ਸਾਊਥ ਏਸ਼ੀਅਨ ਯੰਗ ਕਿਡਸ, ਤੇ ਸਾਊਥ ਏਸ਼ੀਅਨ ਮੀਨ ਮੋਸਟਲੀ ਪੰਜਾਬੀ ਐਂਡ ਸਿੱਖਸ, ਦੇ ਹੈਵ ਬੀਨ ਗਨ ਡਾਊਨ। 300 ਤੋਂ ਵੱਧ ਬੱਚਾ ਗੋਲੀ ਦਾ ਸ਼ਿਕਾਰ ਹੋ ਚੁੱਕਾ ਹੈ ਸਰੀ ਦੇ ਵਿੱਚ। ਕੈਨ ਯੂ ਬਲੀਵ ਦੈਟ? ਉਹ ਕਹਿੰਦਾ ਫਰੰਟ ਲਾਈਨ ਦਾ ਆਫਿਸਰ ਮੈਂ, ਜਦੋਂ ਮੈਂ ਜਾ ਕੇ ਕਿਸੇ ਦੀ ਡੋਰ ਬੈਲ ਕਰਕੇ ਤੇ ਕੋ ਮਾਂ ਦਰਵਾਜ਼ਾ ਖੋਲਦੀ ਤੇ ਉਹਨੂੰ ਜਾ ਕੇ ਦੱਸਦਾ, ਮਾਂ ਅੱਜ ਤੇਰਾ ਫਲਾਂ ਬੱਚਾ ਗਨ ਡਾਊਨ ਹੋ ਗਿਆ ਹੈ। ਕਹਿੰਦਾ ਯੂ ਹੈਵ ਨੋ ਆਈਡੀਆ ਜਿਹੜੀਆਂ ਉਹਦੀਆਂ ਚੀਕਾਂ ਹੁੰਦੀਆਂ ਨੇ ਮੇਰੇ ਕੰਨਾਂ 'ਚ ਕਿਵੇਂ ਵੱਜਦੀਆਂ। ਦੈਟ ਇਜ਼ ਰੀਅਲ ਰਿਐਲਿਟੀ। ਇੱਥੇ ਕਿੰਨੀ ਦੇਰ ਅੱਖਾਂ ਬੰਦ ਕਰਾਂਗੇ? ਪਰ ਆ ਕਿੱਥੋਂ ਰਿਹਾ ਆ? ਬੱਚੇ ਨੂੰ ਘਰ ਦੇ ਵਿੱਚ ਬਾਪ ਇਹ ਕਹਿੰਦਾ ਪੁੱਤ ਸਲੀਕੇ ਨਾਲ ਰਹਿਣਾ, ਮਾਂ ਇਹ ਕਹਿੰਦੀ ਪੁੱਤ ਤਰੀਕੇ ਨਾਲ ਰਹਿਣਾ,
ਬਾਪ ਕਹਿੰਦਾ ਪੁੱਤ ਲੜੀਦਾ ਨਹੀਂ ਹੁੰਦਾ, ਮਾਂ ਕਹਿੰਦੀ ਨਾ ਨਾ ਪੁੱਤ ਝਗੜਾ ਨਹੀਂ ਕਰੀਦਾ। ਤੇ ਬੱਚਾ ਨਾ ਮਾਂ ਨੂੰ ਸੁਣਦਾ ਨਾ ਪੁੱਤ ਬਾਪ ਨੂੰ ਸੁਣਦਾ। ਸੁਣਦਾ ਕਿਹਨੂੰ ਹੈ? ਜਿਹੜੇ ਗਾਣੇ ਗੰਨਾਂ ਦੇ ਸਵੇਰ ਤੋਂ ਸ਼ਾਮ ਤੱਕ ਚੱਲਦੇ। ਉਹ ਕਹਿੰਦੇ ਬੰਦਾ ਮਾਰ ਦੀਦਾ, ਚੱਕ ਦੀਦਾ, ਗੋਲੀ ਚਲਾ ਦੀਦੀ ਏ। ਇਸ ਰੂਪ ਦੇ ਵਿੱਚ ਉਹ ਜੋ ਪਾਈ ਹੈ ਭਾਂਡੇ ਵਿੱਚ ਵਸਤ ਪਾਈ ਜਾ ਰਿਹਾ ਸਵੇਰ ਤੋਂ ਸ਼ਾਮ ਤੱਕ। ਘਰਾਂ ਦੇ ਜਾ ਕੇ ਸਕੂਲ ਕਾਉਂਸਲਰ ਕਾਲ ਕਰਦਾ, ਘਰ ਟੀਚਰ ਕਾਲ ਕਰਦਾ, ਰਿਪੋਰਟ ਆਉਂਦੀ ਘਰੇ, ਦੱਸਿਆ ਜਾਂਦਾ ਤੁਹਾਡਾ ਬੱਚਾ ਵਾਇਲੈਂਟ ਐਕਟ ਵਿੱਚ ਇਨਵੋਲਵ ਹੋਇਆ। ਮਾਪੇ ਕਹਿੰਦੇ ਹੋ ਹੀ ਨਹੀਂ ਸਕਦਾ, ਹਾਊ ਕਮ? ਉਹਨੂੰ ਪੁੱਛਦੇ ਹੋ ਪੁੱਤ ਤੂੰ ਕਹਿੰਦਾ ਆਈ ਹੈਵ ਨੋ ਆਈਡੀਆ। ਨੋ ਆਈਡੀਆ? ਸਵੇਰ ਤੋਂ ਸ਼ਾਮ ਤੱਕ ਜੋ ਕੰਨਾਂ ਵਿੱਚ ਪੈ ਰਿਹਾ ਤੇਰੇ, ਉਹ ਹੁਣ ਨਿਕਲ ਰਿਹਾ ਪੁੱਤ। ਦੇਖੋ ਗੱਲ ਇਹ ਹੈ, ਇਹ ਸੰਸਾਰ ਭਰਿਆ ਪਿਆ ਸਭ ਚੀਜ਼ਾਂ ਦੇ ਨਾਲ। ਤੇ ਬਾਪੂ ਨੇ ਤਰਸ ਕੀਤਾ, ਆ ਗ੍ਰੰਥ ਸਜਾ ਦਿੱਤਾ ਪੂਰੇ ਦਾ ਪੂਰਾ। ਸਾਰਾ ਹੀ ਵਿਜ਼ਡਮ ਦਾ ਸਮੁੰਦਰ ਆ, ਸਾਰਾ ਹੀ ਬਖਸ਼ਿਸ਼ਾਂ ਦਾ ਸਾਰਾ ਤਲਾਅ ਆ, ਸਰੋਵਰ ਆ। ਕਿਆ सत संगत चाया कर, साध संग जो तुम्हें मिलायो तो सुनी तुम्हारी बाणी। बाणी इत्थे आके मन आ जाता इत्थों तक, वो अपनी दुनिया च खंचत रहिंदा, उन्होंने पता ही नहीं गा। माफी मंगांगा, कदी आप सोच के देखियो पूरा शब्द गाया जाता इत्थे, मन ने एक सतर भी नहीं पकड़ी हुंदी है। पूरा अरदास हो जाती, हुक्मनामा हो जाता, एक लाइन भी मन ना पकड़ता। की करिए इस रूप दे विच? सो इस करके क्या गया, इसनू एहसास करा इस गल दा। सुन मन मित्र प्यारिया मिल वेला है ये मलाप दा समा आ। मना नठना नहीं, भजना नहीं, हुण इत्थे टिकना, एकाग्र होना आ। अच्छा एक चीज होर भी है, मन आकड़ खो रहा। मन कहता है तू मैनू दसेगा, मतलब आनंद साहब की बाणी आ थोड़ी देर च आपां पढ़नी। ये ना देखियो कदी ये सारी बाणी का डायलॉग हो रहा है आपस के विच। जिहड़ा डायलॉग हो रहा है वो मोस्टली मत ते मन, जिन्हों असीं समझ कहने आ, अकल कहने आ, ते जिहड़ा साडा मनुआ है, जिहड़ा इन्फ्लुएंस विच जींदा आ, इन्हां दोनां दे विच हो रही है गल सारी। जदों शुरुआत हुंदी है, तुसीं पहली लाइन पढ़ो, आनंद भया मेरी माए। मन गल कर रहा है मत दे नाल, माए मत आ, ते मन ए कन्फैशन करदा, मन ए गल मनदा, ते मन के कहंदा ओ मत तू सच्ची सैं, तू सही कह रही सैं, मैं तेनू सुनिया नहीं। वाकया ची जदों सतगुरु नाल एसोसीएशन बनी है ना, सतगुरु स्कूल ऑफ थॉट, सतगुरु विचारधारा, सतगुरु ख्याल, सतगुरु बचन, सतगुरु सोझी दा असल मुजस्सम, जदों मेरी सांझ सतगुरु नाल बनी है, आनंद भया। मन नूं पता लगा, खुशी आ गई, खेड़ा आ गया, एकदम मन जिहड़ा आ वो चाह दे विच सराबोर हो गया। आ बात है। फिर विनती करांगा, ये सारी फीलिंग आ, ये फीलिंग आ सारी। तुसीं देखोगे लोकी कहणगे शब्द किवें असर करता है। मैं क्या बहुत सिंपल आ तरीका। मैं स्टेज ते बैठा, तुसीं बड़े सत्कार नाल सुन रहे हो, थल्ले उतरा, मैनू आके ना बस दो बचन कह दिओ, किवें दे, जिहदे विच जिन्हों असीं गाल कहने आ, जिन्हों असीं गुस्ताख लफज कहने, दो लफज कह दिओ। हकीकत यह है तन तो लैके सिर तो लैके पैर तक सब सड़ जाएगा। मैनू किसी चुआती ते लाई नहीं, मैनू किसी अग ते लाई नहीं, मैनू किसी मारिया ते है नहीं, कुटिया ते है नहीं, जहर ते दिता नहीं। वो होया की है, दो बचन कहे ने किसी, दो बचन सब सड़ के सवाह हो गया। फीलिंग इन बिन कोई दो बचन प्यारे कह दे, पर मुश्किल ये है प्यारे बचनों को समझण की ताब भी चाहिए है, वो ताब नहीं गई अंदर, इस करके पकड़ च छेती नहीं आउंदे। कौड़े शब्द उन्होंने दी पकड़न की अंदर समर्था बड़ी है, वो राइट वे फड़ लेंदी है। आ चीज है साडी, आ मुश्किल आ। इत्थे क्या मन नाल गल करया कर, लिटरली तौर पर बचन मैं क्या तुहाडे सामने कह के वाइंड अप कर देना वा। साडे विद्यादाता साडे प्रिंसीपल साहब सानू जो पढ़ाउंदे सीगे ते उन्होंने कहना सानू कि
ਪੁੱਤ ਜਦੋਂ ਗੁਰੂ ਕੀ ਹਜ਼ੂਰੀ ਜਾਂਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਆ ਪੰਕਤੀ ਪੜਿਆ ਕਰੋ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਆਪਣੇ ਆਪ ਨਾਲ ਗੱਲ ਕਰਿਆ ਕਰੋ, ਮਨ ਨੂੰ ਨਾਲ ਲਿਆ ਕਰੋ, ਮਨ ਦੇ ਨਾਲ ਸਿੱਝਿਆ ਕਰੋ। ਸਪੋਜ਼ ਮਨ ਗੱਲ ਨਹੀਂ ਸੁਣਦਾ, ਮਨ ਕਹਿੰਦਾ ਕਿਉਂ ਸੁਣਾ ਵਾ, ਵਾਈ ਵੁੱਡ ਆਈ ਲਿਸਨ ਯੂ, ਮੈਂ ਤੇ ਆਪਣੀ ਦੁਨੀਆ 'ਚ ਚਲਾ ਜਾਵਾਂਗਾ, ਮੈਂ ਤੇ ਆਪਣੇ ਜਿਹੜਾ ਕਿਤੇ ਹੋਰ ਚਲਾ ਜਾਵਾਂਗਾ। ਹੁੰਦਾ ਕੀ ਕਿਹਾ ਗਿਆ ਨਾ, ਇਹਨੂੰ ਇੱਕ ਚੀਜ਼ ਹੋਰ ਦੱਸਣੀ ਹੈ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ। ਇਹ ਜੀਵਨ ਉਦੋਂ ਤੱਕ ਹੀ ਜੀਵਨ ਮਾਨਣ ਯੋਗ ਆ ਜਦੋਂ ਤੱਕ ਜੋਬਨ ਆ, ਇਹ એનર્ਜੀ ਆਪਣੇ ਆਰੂਫ ਤੇ ਆਪਣੇ ਥ੍ਰੈਸ਼ਹੋਲਡ ਨੂੰ ਟੱਚ ਕਰ ਰਹੀ ਹੈ, ਜਵਾਨੀ ਹੈ ਜਿੰਨੀ ਦੇਰ ਤੱਕ। ਜਬ ਤੱਕ ਜੋਬਨ ਸਾਸ ਹੈ, ਜਦੋਂ ਤੱਕ ਸਾਹ ਪ੍ਰੋਪਰਲੀ ਚੱਲ ਰਹੇ ਨੇ। ਥੋੜਾ ਸਮਾਂ ਆ ਸਾਡੇ ਕੋਲ, ਮਨ ਇਸ ਟਾਈਮ ਨੂੰ ਸਾਹਮਣੇ ਰੱਖ। We have very limited amount of time. One day we might have a wish to actually make association with Guru, but somehow we might not have time. ਕਾਲ ਕਹੇ ਹੁਣ ਸਮਾਂ ਨਹੀਂਗਾ ਭਾਈ, ਹੁਣ ਸਮਾਂ ਵਿਆਜ ਗਿਆ ਹੈ। ਇਸ ਕਰਕੇ ਸਮਾਂ ਰਹਿੰਦਿਆਂ ਤੇ ਜੇ ਅੱਜ ਸਮਾਂ ਮਿਲਿਆ, ਅਕਸਰ ਹੁੰਦਾ ਆਪ ਤੇ ਦੇਵਤਿਆਂ ਵਰਗੇ ਲੋਕ ਕੋ ਇਤਨਾ ਦੇਰ ਦੁਪਹਿਰ ਵੀ ਗੁਰੂ ਕੇ ਹਜ਼ੂਰ ਸਮਾਂ ਕੱਢ ਕੇ ਬੈਠੇ ਹੋ, ਕਿੱਥੇ ਇੰਨਾ ਟਾਈਮ ਕੋਈ ਦਿੰਦਾ ਆ। ਅਸੀਂ ਤੇ ਗੁਰਦੁਆਰਾ ਸਾਹਿਬ ਪ੍ਰੋਗਰਾਮਾਂ ਤੇ ਆਉਂਦੇ ਹਾਂ, ਕੁੜਮਾਚਾਰੀ ਦੇ ਸੱਦੇ। ਸਪੋਜ਼ ਪ੍ਰੋਗਰਾਮ ਹੁੰਦਾ 10 ਤੋਂ 12 ਦਾ, ਤੇ ਆਈਡੀਆ ਲਾ ਲੈਂਦੇ ਆ ਵੀ ਸੁਖਮਨੀ ਸਾਹਿਬ ਹੋਏਗਾ 10 ਤੋਂ 11:30 ਤੱਕ, ਤੇ 11:30 ਵਜੇ ਕੀਰਤਨ ਸ਼ੁਰੂ ਹੋਏਗਾ, ਤੇ ਅਰਾਊਂਡ 12 ਵਜੇ ਅਰਦਾਸ ਹੋਏਗੀ, ਐਂਡ ਵੀ ਵਿਲ ਬੀ देयर ਅਰਾਊਂਡ 11:45, and somehow we actually come on that time and we witness there, my goodness, still Sukhmani Sahib is actually, they are reciting Sukhmani Sahib. Oh my goodness, how I'm gonna stay for next 1 hour over here? कितना औखा होएगा मेरे वास्ते। समा आ मिलिया ही, इनू मान लै, इनू बैठ स्रोत कर, बाणी दी एक एक पंक्ति किते एहसास करो। मोती हीरे जवाहरात माणक ਇਹ ਤੇ ਸਿਰਫ ਮਸਾਲਾ ਦਿੰਨੇ ਆ ਅਸੀਂ, ਉਹਨਾਂ ਦੇ ਸਾਹਮਣੇ ਇਹ ਵੀ ਕੁਛ ਦੇ ਗਏ। ਰਤਨ ਕੀਮਤੀ ਤੋਂ ਕੀਮਤੀ ਰਤਨ, ਬਾਬਾ ਜੀ ਦਾ ਬਚਨ ਆਪਨੇ ਕਿੰਨੀ ਵਾਰੀ ਪੜਿਆ ਸੁਣਿਆ ਹੋਣਾ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਇੱਕ ਸਿੱਖਿਆ, ਜਸਟ ਵਨ ਟੀਚਿੰਗ, ਕਿਤੇ ਉਹ ਪ੍ਰੋਸੈਸ ਹੋ ਜਾਏ ਅੰਦਰ। ਇਹ ਰੂਪ ਆ। ਸੋ ਇਸ ਕਰਕੇ ਇੱਥੇ ਕਿਹਾ ਗਿਆ, ਮਨਾ ਆ ਸਮਾਂ ਥੋੜੇ ਸਮੇਂ ਲਿਆ, ਆ ਵਕਤ ਕੀਮਤੀ ਆ, ਇਹਨੂੰ ਅਜਾਈ ਨਾ ਗਵਾਈ। ਸਾਡੇ ਬੜੇ ਦਾਨਿਸ਼ਮੰਦ ਵਿਆਖਿਆਕਾਰ ਨੇ, ਬਾਣੀ ਦੇ ਆਪ ਜੀ ਨੇ ਜ਼ਰੂਰ ਸੁਣੇ ਹੋਣਗੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ। ਮੈਂ ਇੱਕ ਵਾਰੀ ਉਹਨਾਂ ਤੋਂ ਬਾਤ ਸੁਣੀ, ਉਹਨਾਂ ਨੇ ਦੱਸੀ ਮੈਨੂੰ, ਉਹ ਕਹਿੰਦੇ ਕਿ ਗੱਲ ਇਹ ਹੋਈ ਕਿ ਉਹ ਜਲੰਧਰ ਡਾਕਟਰ ਦੇ ਆਫਿਸ ਗਏ, ਤੇ ਮਤਲਬ ਅੱਜ ਕੱਲ੍ਹ ਤੇ ਹਾਲਾਤ ਬਦਲ ਗਏ, ਪੁਰਾਣੇ ਸਮੇਂ ਆਪਨੇ ਦੇਖਿਆ ਹੋਏਗਾ ਕਿ ਡਾਕਟਰ ਇੱਕ ਚੇਅਰ ਤੇ ਬੈਠਾ, ਸਾਹਮਣੇ ਸਟੂਲ ਤੇ ਆ ਕੇ ਪੇਸ਼ੈਂਟ ਬੈਠਦਾ, ਉਹਨੂੰ ਚੈੱਕ ਕਰਦਾ, ਬਾਕੀ ਪੇਸ਼ੈਂਟ ਨਾ ਬੈਂਚ ਦੇ ਲਾਈਨ ਤੇ ਬੈਠ ਜਾਂਦੇ, ਐਵੇਂ ਜਿਹਦੀ ਵਾਰੀ ਆਈ ਜਾਂਦੀ ਤੇ ਉਹ ਐਵੇਂ ਉਸ ਰੂਪ ਵਿੱਚ ਤੋਰੀ ਜਾਂਦਾ। ਕਹਿੰਦੇ ਮੈਂ ਬੈਠਾ ਉੱਥੇ ਕੁਝ ਦਵਾਈ ਲੈਣ ਵਾਸਤੇ ਗਿਆ, ਮੇਰੇ ਤੋਂ ਅੱਗੇ ਇੱਕ ਬਜ਼ੁਰਗ ਸ਼ਖਸ ਆ, ਉਹਦੇ ਸਟੂਲ ਤੇ ਬੈਠਾ, ਡਾਕਟਰ ਦਾ ਮੁਆਇਨਾ ਕਰ ਰਿਹਾ, ਬਲੱਡ ਪ੍ਰੈਸ਼ਰ ਉਹਦਾ ਅਸਿਸਟੈਂਟ ਚੈੱਕ ਕਰ ਰਿਹਾ ਸਾਰਾ ਕੁਝ। ਤੇ ਬਜ਼ੁਰਗ ਕਹਿ ਰਿਹਾ ਉਹ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ। ਉਹ ਕਹਿੰਦਾ ਜੀ ਏਜ ਹੋ ਗਈ ਹੈ, ਅੱਖਾਂ ਸੜਦੀਆਂ ਨੇ। ਉਹ ਕਹਿੰਦਾ ਜੀ ਏਜ ਹੋ ਗਈ ਹੈ, ਹੱਥ ਠੰਡੇ ਰਹਿੰਦੇ ਨੇ। ਕਹਿੰਦਾ ਜੀ ਏਜ ਹੋ ਗਈ ਹੈ। ਕਹਿੰਦਾ ਜੀ ਪੈਰ ਤਲੀਆਂ ਬੜੀਆਂ ਸੜਦੀਆਂ ਨੇ। ਉਹ ਕਹਿੰਦਾ ਜੀ ਏਜ ਹੋ ਗਈ ਹੈ, ਉਮਰ ਹੋ ਗਈ ਹੈ। ਉਹ ਕਹਿੰਦਾ ਜੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ। ਉਹ ਕਹਿੰਦਾ ਜੀ ਉਮਰ ਹੋ ਗਈ ਹੈ। ਕਹਿੰਦਾ ਨੀਂਦ ਨਹੀਂ ਆਉਂਦੀ। ਉਹ ਕਹਿੰਦਾ ਉਮਰ ਹੋ ਗਈ ਹੈ। ਉਹ ਕਹਿੰਦਾ ਵੀ ਗੱਲ ਹੈ ਸਿਰ ਬੜਾ ਦੁਖਦਾ। ਕਹਿੰਦਾ ਉਮਰ ਹੋ ਗਈ ਹੈ। ਉਹ ਜ਼ੋਰ ਲਾ ਕੇ ਹੱਥ ਮਾਰ ਕੇ ਟੇਬਲ ਤੇ ਬਜ਼ੁਰਗ ਖਿੱਚ ਕੇ ਕਹਿੰਦਾ ਤੈਨੂੰ ਡਾਕਟਰ ਕਿਹਨੇ ਬਣਾਤਾ? ਤੈਨੂੰ ਇੱਕ ਗੱਲ ਤੋਂ ਬਿਨਾਂ ਦੂਜੀ ਗੱਲ ਨਹੀਂ ਆਉਂਦੀ। ਕਹਿੰਦਾ ਜੀ ਕੋਈ ਗੱਲ ਨਹੀਂ ਬਜ਼ੁਰਗੋ, ਗੁੱਸਾ ਨਾ ਕਰੋ। ਗੁੱਸਾ ਵੀ ਇਸੇ ਕਰਕੇ ਆਉਂਦਾ ਕਿਉਂਕਿ ਉਮਰ ਹੋ ਗਈ ਹੈ। ਇਹ ਚੀਜ਼ ਆ। We are all waiting for that time. One day we are all going to be on that boat. Are we waiting for that time to recite any Bani? And Babaji's Bani is very clear. Babaji is saying, no. That time you might have that much energy. ਉਦੋਂ ਹਾਲਤ ਇਹ ਬਣਨੀ ਹੈ ਤੇਰੀ ਕਿ ਇਹ ਜਿਹੜੀਆਂ ਨਾ ਨੈਨੋ ਨੀਰ ਬਹਿ ਤਨਖੀਨਾ ਭਈ ਕੇਸ ਦੁਧਵਾਨੀ, ਉਦੋਂ ਅੱਖਾਂ ਨਾਲ ਪੜਨਾ ਵੀ ਚਾਹੇਗਾ, ਅੱਖਾਂ ਕਹਿਣਗੀਆਂ we cannot recite anymore. ਉਦੋਂ ਰੁਧਾ ਕੰਠ
ਸੋਚੇਗਾ ਮੂੰਹ ਤੋਂ ਕੁਝ ਉਚਾਰਾਂ ਬੋਲਾਂ, ਉੱਚੀ ਉੱਚੀ ਬਾਣੀ ਪੜਾਂ, ਕਹਿੰਦੇ ਉੱਚੀ ਬਾਣੀ ਪੜਿਆ ਚੰਗਾ ਲੱਗਦਾ ਆ। ਕੰਠ ਕਹੇਗਾ ਨਾ ਹੁਣਾ ਕੌਣ ਹੈ ਤੂੰ, ਤੇਰੇ ਵਾਸਤੇ ਮੈਂ ਆਵਾਜ਼ ਕੱਢਾਂਗਾ ਇਸ ਰੂਪ ਦੇ ਵਿੱਚ। ਸੋ ਇਹ ਹੈ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਇਹ ਸੀਮਤ ਜੀਵਨ ਆ, ਇਹ ਸੀਮਤ ਐਨਰਜੀ ਹੈ, ਇਸ ਨੂੰ ਚੰਗੇ ਪਾਸੇ ਲਗਾਓ, ਇਸ ਐਨਰਜੀ ਨੂੰ ਸਹੀ ਪਾਸੇ ਇਨਵੈਸਟ ਕਰੋ। ਤੇ ਸਭ ਤੋਂ ਬੈਸਟ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਮਹਾਰਾਜ ਬਖਸ਼ਿਸ਼ ਕਰਨ, ਮੇਰਾ ਤੁਹਾਡਾ ਸਮਾਂ ਲੇਖੇ ਵਿੱਚ ਆਏ, ਇੰਨੀਆਂ ਕੁ ਬੇਨਤੀਆਂ ਨੂੰ ਖਿਮਾ। ਥੈਂਕ ਯੂ ਵੈਰੀ ਮਚ ਬੀਇੰਗ ਐਨ ਅਟੈਂਟਿਵ ਲਿਸਨਰ ਐਂਡ ਪਾਰਟਿਸਿਪੇਟਰ ਇਨ ਦਿਸ ਕੰਗਰੀਗੇਸ਼ਨ। ਆਪ ਸਮੂਹ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ, ਕੋਟਾਨ ਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਸਮਾਂ ਬਖਸ਼ਿਆ, ਅਸੀਂ ਇਹ ਸਮਾਂ ਸਤਸੰਗਤ ਰੂਪ ਵਿੱਚ ਮਾਣ ਸਕੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਚਾਹਾਂਗਾ। ਆਪ ਸਮੂਹ ਸੰਗਤ ਤੋਂ ਹੁਣ ਅਗਲਾ ਪ੍ਰੋਗਰਾਮ ਆਨੰਦ ਸਾਹਿਬ ਦਾ ਜਾਪ ਕਰਕੇ ਅਸੀਂ ਸਮਾਪਤੀ ਕਰਦੇ ਹਾਂ। ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।